ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਦੀ ਅਤੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਜੋ ਗੁਰੂ ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ, ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਜਿਨ੍ਹਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਚੱਲ ਰਹੀ ਹੈ। ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਜੋ ਕਿ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਦੇ ਵਿੱਚੋਂ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼, ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸੰਤ ਰੇਣ ਜੀ ਨੇ ਲਿਖਣਾ ਕੀਤਾ ਹੈ। ਇਹਨਾਂ ਨੇ ਆਪ ਇਹ ਗੱਲ ਦੱਸੀ, ਭਾਈ ਅਸੀਂ ਕੌਣ ਹਾਂ ਤੇ ਕਿਵੇਂ ਕਿਵੇਂ ਇੱਥੇ ਜਿਹੜਾ ਹੈ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਇਹ ਇਤਿਹਾਸ ਲਿਖਣਾ ਕੀਤਾ, ਜੋ ਆਪ ਲਿਖਤਾਂ ਵਿੱਚ ਸਾਰਾ ਦੱਸਿਆ। ਇਹਦਾ ਨਾਮ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਭਾਵੇਂ ਕੋਈ 10 ਪਾਤਸ਼ਾਹੀਆਂ ਦਾ ਇਤਿਹਾਸ ਗ੍ਰੰਥ। ਇੱਕ ਪੁਰੀ ਹੈ, ਇੱਕ ਸ਼ਹਿਰ ਹੈ, ਫਿਰ ਸ਼ਹਿਰ ਦੇ ਵਿੱਚ ਮਹੱਲੇ ਹੁੰਦੇ ਨੇ, ਇਸੇ ਤਰ੍ਹਾਂ 10 ਮਹੱਲੇ ਰੂਪ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ। ਫਿਰ ਇੱਕ ਮਹੱਲੇ ਦੇ ਵਿੱਚ ਹੋਰ ਅੱਗੇ ਘਰ ਹੁੰਦੇ ਹਨ। ਉਸ ਤਰ੍ਹਾਂ ਜਿਹੜੇ ਪ੍ਰਸੰਗ ਨੇ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਨੂੰ 64 ਘਰਾਂ ਦੇ ਵਿੱਚ ਵੰਡ ਕਰਕੇ ਲਿਖਿਆ ਹੈ। ਤੇ 10 ਪਾਤਸ਼ਾਹੀਆਂ 10 ਮਹੱਲੇ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ
ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਦਾਸੂ ਜੀ, ਦੂਜੇ ਪੀੜ੍ਹੀ ਵਿੱਚ ਫਿਰ ਗੁਰਮੁਖੋ ਬਾਬਾ ਦਾਸੂ ਜੀ ਦੇ ਅੱਗੇ ਪੁੱਤਰ ਹੋਏ ਬਾਬਾ ਧਿਆਨ ਦਾਸ ਜੀ, ਤੀਸਰੀ ਪੀੜ੍ਹੀ ਵਿੱਚ ਫਿਰ ਬਾਬਾ ਧਿਆਨ ਦਾਸ ਜੀ ਦੇ ਅੱਗੇ ਪੁੱਤਰ ਹੋਏ ਚੌਥੀ ਪੀੜ੍ਹੀ ਗੁਰੂ ਅੰਗਦ ਦੇ ਪਾਤਸ਼ਾਹ ਦੀ ਬਾਬਾ ਉੱਤਮ ਦਾਸ ਜੀ। ਬਾਬਾ ਉੱਤਮ ਦਾਸ ਜੀ ਦੇ ਅੱਗੇ ਪੁੱਤਰ ਹੋਏ ਪੰਜਵੀਂ ਪੀੜ੍ਹੀ ਹੈ ਬਾਬਾ ਜੱਗਾ ਮੱਲ ਜੀ। ਫਿਰ ਜੱਗਾ ਮੱਲ ਜੀ ਦੇ ਅੱਗੇ ਜਿਹੜੇ ਛੇਵੀਂ ਪੀੜ੍ਹੀ ਵਿੱਚ ਹੋਏ ਬਾਬਾ ਗੋਬਿੰਦ ਜੀ। ਇਹ ਸੱਤਵੀਂ ਪੀੜ੍ਹੀ ਵਿੱਚ ਅੱਗੇ ਪੁੱਤਰ ਹੋਏ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਅੰਮ੍ਰਿਤ ਛਕਿਆ ਜਿਨ੍ਹਾਂ, ਉਹ ਹਨ ਬਾਬਾ ਖੁਸ਼ਹਾਲ ਸਿੰਘ ਜੀ। ਫਿਰ ਬਾਬਾ ਖੁਸ਼ਹਾਲ ਸਿੰਘ ਜੀ ਦੇ ਅੱਗੇ 8ਵੀਂ ਪੀੜ੍ਹੀ ਜੋ ਹੈ ਪੁੱਤਰ ਹੋਏ ਬਾਬਾ ਜੱਸਾ ਸਿੰਘ। ਫਿਰ 9ਵੀਂ ਪੀੜ੍ਹੀ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਬਾ ਜੱਸਾ ਸਿੰਘ ਦੇ ਪੁੱਤਰ ਬਾਬਾ ਰਤਨ ਸਿੰਘ। ਇਹ 10ਵੀਂ ਪੀੜ੍ਹੀ ਬਾਬਾ ਰਤਨ ਸਿੰਘ ਜੀ ਦੇ ਅੱਗੇ ਪੁੱਤਰ ਹੋਏ ਬਾਬਾ ਸੁੱਖਾ ਸਿੰਘ ਜੀ। ਤੇ ਉਹਨਾਂ ਤੋਂ ਅੱਗੇ ਫਿਰ ਜਿਹੜਾ 11ਵੀਂ ਪੀੜ੍ਹੀ ਵਿੱਚ ਪੁੱਤਰ ਪੈਦਾ ਹੋਏ ਸ੍ਰੀਮਾਨ ਬਾਬਾ ਲਛਮਣ ਸਿੰਘ ਜੀ। ਤੇ ਉਸ ਤੋਂ ਅੱਗੇ ਭਾਈ 12ਵੀਂ ਪੀੜ੍ਹੀ ਪੁੱਤਰ ਪੈਦਾ ਹੋਏ ਮਹਾਨ ਵਿਦਵਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਜਿਨ੍ਹਾਂ ਨੇ ਇਸ ਤਰ੍ਹਾਂ ਇਹ ਇਤਿਹਾਸ ਲਿਖਿਆ। ਸੰਤ ਰੇਣ ਪ੍ਰੇਮ ਸਿੰਘ ਜੀ ਦੀ ਇਉਂ ਗੁਰੂ ਅੰਗਦ ਦੇਵ ਮਹਾਰਾਜ ਦੀ ਜੋ ਬੰਸ ਇਹ 12ਵੀਂ ਪੀੜ੍ਹੀ ਬਣਦੀ ਹੈ। ਤੇ ਸਤਿਗੁਰੂ ਦੀ ਕਿਰਪਾ ਸਦਕਾ ਫਿਰ ਜਦੋਂ ਸਮਾਂ ਆਇਆ, ਸੰਤ ਅਮੀਰ ਸਿੰਘ ਜੀ ਦਾ ਸਥਾਨ ਜੋ ਅੰਮ੍ਰਿਤਸਰ ਵਾਲੀ ਟਕਸਾਲ ਹੈ, ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ, ਉੱਥੇ ਸੰਤ ਅਮੀਰ ਸਿੰਘ ਜੀ ਦੇ ਡੇਰੇ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ। ਤੇ ਇਹਨਾਂ ਦੇ ਨਾਲ ਹੀ ਇੱਕ ਹੋਰ ਪ੍ਰੇਮ ਸਿੰਘ ਸਨ, ਜਿਨ੍ਹਾਂ ਨੇ ਭਾਈ, ਜੋ ਕਿ ਬੇਦੀ ਵੰਸ਼ ਵਿੱਚੋਂ ਸੀ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ, ਜਿਹੜੇ ਨਰਿਆਬ ਦੇ ਭਾਈ ਸੁੰਦਰ ਸਿੰਘ ਜੀ ਹੋਏ। ਤੇ ਸੁੰਦਰ ਸਿੰਘ ਦੇ ਅੱਗੇ ਫਿਰ ਗਿਆਨੀ ਹਰੀ ਸਿੰਘ ਹੋਏ ਬਾਬਾ, ਉਹਨਾਂ ਨੇ ਪ੍ਰੇਰਨਾ ਦਿੱਤੀ। ਇਹ ਬਾਬਾ ਪ੍ਰੇਮ ਸਿੰਘ ਜਿਹੜੇ ਬੇਦੀ ਵੰਸ਼ ਵਿੱਚੋਂ ਹੋਏ, ਇਹਨਾਂ ਨੇ ਫਿਰ ਜਿਹੜੇ ਕਿ ਇਕੱਠੇ ਵਿੱਦਿਆ ਵੀ ਪ੍ਰਾਪਤ ਕਰਦੇ ਰਹੇ। ਉਹ ਵੀ ਸੱਤੋ ਗਲੀ ਵਾਲੇ ਸੰਤ ਅਮੀਰ ਸਿੰਘ ਜੀ ਦੇ ਡੇਰੇ ਹੀ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ। ਇਉਂ ਕਰਕੇ ਫਿਰ ਦੋਵੇਂ ਗੁਰ ਭਾਈ ਵੀ ਹੋਏ। ਉਹ ਉਮਰ ਵਿੱਚ ਛੋਟੇ ਸਨ ਤੇ ਜਿਹੜੇ ਇਹ ਸੰਤ ਰੇਣ ਪ੍ਰੇਮ ਸਿੰਘ ਜੀ ਹੈ, ਇਹ ਉਮਰ ਦੇ ਵਿੱਚ ਗੁਰਮੁਖੋ ਵੱਡੇ ਸਨ। ਇਸ ਕਰਕੇ ਉਹਨਾਂ ਨੂੰ ਛੋਟੇ ਗੁਰ ਭਾਈ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਇਤਿਹਾਸ ਬਾਬਾ ਪ੍ਰੇਮ ਸਿੰਘ ਬੇਦੀ ਨੇ ਕਿਹਾ ਵੀ ਹੇ ਸੰਤ ਰੇਣ ਪ੍ਰੇਮ ਸਿੰਘ ਜੀ, ਕੋਈ ਸਮਾਂ ਸੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੀ ਜਨਮ ਸਾਖੀ ਭਾਈ ਬਾਲਾ ਜੀ ਨੂੰ ਸਦਵਾ ਕੇ ਕੋਲ ਸੱਦ ਕੇ ਬਿਠਾ ਕੇ ਉਹ ਉਚਾਰਦੇ ਗਏ ਸਾਖੀਆਂ ਤੇ ਪੈੜੇ ਮੁਖੇ ਤੋਂ ਲਿਖਵਾਈ। ਜਿਹੜਾ ਬਹੁਤ ਵਿਦਵਾਨ ਸੀ, ਚੰਗਾ ਲਿਖਾਰੀ ਸੀ। ਤੁਸੀਂ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਸ਼ ਬੰਸੋਂ। ਵੀ ਜੋ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਹੈ ਉਹ ਬਹੁਤ ਵਿਸਥਾਰ ਵਿੱਚ ਹੈ ਤੇ ਫਿਰ ਉਹ ਬ੍ਰਿਜ ਭਾਸ਼ਾ ਵਿੱਚ ਹੈ। ਤੁਸੀਂ ਕੋਈ ਇਉਂ ਕਰੋ, ਉਹਨੂੰ ਹੋਰ ਸੁਖਾਲਾ ਕਰਕੇ ਥੋੜਾ ਸੰਖੇਪ ਕਰ ਦਿਓ ਤਾਂ ਕਿ ਜਿਹੜਾ ਕੋਈ ਨਹੀਂ ਬਹੁਤਾ ਸਮਾਂ ਕਿਸੇ ਨੂੰ ਮਿਲਦਾ ਉਹ ਇਹ ਪੜ੍ਹ ਕੇ ਵੀ ਲਾਭ ਉਠਾ ਸਕਦਾ ਹੈ। ਤਾਂ ਫਿਰ ਬਾਬਾ ਪ੍ਰੇਮ ਸਿੰਘ ਜੀ ਸਰੋਤੇ ਬਣੇ। ਸੰਤ ਰੇਣ ਪ੍ਰੇਮ ਸਿੰਘ ਜੀ ਨਾਲ ਇਤਿਹਾਸ ਲਿਖਾਈ ਗਏ। ਇਹ ਇਤਿਹਾਸ ਮਿਲਿਆ ਕਿੱਥੋਂ?
ਇਹ ਭਾਈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹੋਈ ਅੰਸ ਵੰਸ ਵਿੱਚ ਬਾਬਾ ਵਿਨੋਦ ਸਿੰਘ ਜੀ ਹੋਏ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ, ਤੇ ਉਹ ਜਿੱਥੇ ਬਹੁਤ ਵੱਡੇ ਸੂਰਮੇ ਸਨ ਉੱਥੇ ਗੁਰਮੁਖੋ ਵਿਦਵਾਨ ਵੀ ਬਹੁਤ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਇਧਰ ਨੂੰ ਤੋਰਿਆ ਹੈ ਪੰਜਾਬ ਨੂੰ, ਉੱਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਇਹ ਗੁਰਮੁਖੋ ਜੰਮੂ ਦੇ ਰਾਜਪੂਤ ਘਰਾਣੇ ਵਿੱਚ ਪੈਦਾ ਹੋਏ ਸੀ ਤੇ ਬਹੁਤ ਚੰਗੇ ਤੀਰ ਅੰਦਾਜ਼ ਹੋਰ, ਤੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਇਹਨਾਂ ਦਾ ਜਿਹੜਾ ਹੈ ਸਮਾਂ ਪਾ ਕਰਕੇ ਗੁਰੂ ਸਾਹਿਬ ਦੀ ਕਿਰਪਾ ਰਹਿਮਤ ਬਖਸ਼ਿਸ਼ਾਂ ਹੋਈਆਂ, ਤੇ ਕਿਉਂਕਿ ਸਮੇਂ ਨਾਲ ਗੁਰਮੁਖੋ ਸਾਰਾ ਕੁਝ ਸਮੇਂ ਨਾਲ ਲੰਘਦਾ ਜਾਂਦਾ ਹੈ ਤੇ ਸਮੇਂ ਦੀਆਂ ਸਭ ਗੱਲਾਂ ਹਨ। ਗੁਰੂ ਪਾਤਸ਼ਾਹ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਹੁਤ ਕਿਰਪਾ ਕੀਤੀ, ਬੇਅੰਤ ਮਿਹਰਾਂ ਕੀਤੀਆਂ। ਤੇ ਹੁਣ ਅੱਜ ਕੱਲ ਕੁਛ ਇਉਂ ਵੀ ਕਹਿੰਦੇ ਜੀ ਵੀ ਬਾਬਾ ਬੰਦਾ ਸਿੰਘ ਬਹਾਦਰ ਰੰਘੇਟੇ ਸਿੱਖ ਸੀ, ਨਹੀਂ, ਇਹ ਰਾਜਪੂਤ ਘਰਾਣੇ ਵਿੱਚ ਪੈਦਾ ਹੋਏ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾਂ ਸੀ ਲਛਮਣ ਦਾਸ, ਤੇ ਸਮਾਂ ਪਾ ਕਰਕੇ ਫਿਰ ਇਹਨਾਂ ਦਾ ਨਾਂ ਮਾਧੋ ਦਾਸ ਵੀ ਹੋਇਆ। ਫਿਰ ਭਾਈ ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਇਹਨਾਂ ਦਾ ਜਿਹੜਾ ਨਾਮ ਹੈ ਫਿਰ ਬਾਬਾ ਬੰਦਾ ਸਿੰਘ ਬਹਾਦਰ, ਕੁਝ ਜਿਹੜਾ ਹੈ ਗ੍ਰੰਥਾਂ ਵਿੱਚ ਗੁਰਬਖਸ਼ ਸਿੰਘ ਵੀ ਲਿਖਿਆ, ਪਰ ਜ਼ਿਆਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਹੀ ਹੈ। ਇਹ ਵੀ ਆਪ ਜੀ ਨੂੰ ਨਾਲ ਦੀ ਨਾਲ ਬੇਨਤੀ ਕਰਦੇ ਹਾਂ ਕਿ ਅੱਜ ਦਾ ਜਿਹੜਾ ਦਿਨ ਹੈ ਇਹ ਗੁਰਮੁਖੋ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਹੈ। ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ। ਉਸ ਮਹਾਨ ਯੋਧਾ, ਉਹਨਾਂ ਨੂੰ ਜਦੋਂ ਉੱਥੋਂ ਤੋਰਿਆ ਸੀ ਨੰਦੇੜ ਸਾਹਿਬ ਤੋਂ, ਤਾਂ ਉਸ ਸਮੇਂ 5 ਪਿਆਰੇ ਜਿਹੜੇ ਸਨ ਉਹ ਬਾਬਾ ਕਾਹਨ ਸਿੰਘ ਤੇ ਬਾਬਾ ਵਿਨੋਦ ਸਿੰਘ, ਹੋਰ 3 ਗੁਰਮੁਖ। ਜਿਹੜੇ ਬਾਬਾ ਕਾਹਨ ਸਿੰਘ ਸੀ ਉਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਸੀ। ਬਾਬਾ ਵਿਨੋਦ ਸਿੰਘ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ। ਇਹ 5 ਸਿੰਘਾਂ ਦੀ ਅਗਵਾਈ ਦੇ ਕੇ ਕਿ ਬੰਦਾ ਸਿੰਘ ਇਹਨਾਂ 5 ਸਿੰਘਾਂ ਦੇ ਕਹਿਣੇ ਤੋਂ ਬਾਹਰ ਨਹੀਂ ਜਾਣਾ ਹੈ, 5 ਪਿਆਰਿਆਂ ਦੇ ਰੂਪ ਵਿੱਚ ਨਾਲ ਤੋਰੇ। ਫਿਰ ਸਮਾਂ ਪਾ ਕੇ ਥੋੜੀ ਬੜੀ ਅਣਬਣ ਹੋ ਗਈ ਸੀ ਕੁਛ ਗੱਲ ਤੋਂ। ਫਿਰ ਬਾਬਾ ਵਿਨੋਦ ਸਿੰਘ ਜੀ ਘਰ ਆ ਗਏ ਸੀ, ਬਾਬਾ ਕਾਹਨ ਸਿੰਘ ਤੇ ਬਾਬਾ ਕਾਹਨ ਸਿੰਘ ਦਾ ਪੁੱਤਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲਿਆ। ਉਹ ਕਹਿੰਦੇ ਤੂੰ ਜਾ, ਤੇ ਉਹਨਾਂ ਨੇ ਗੁਰਮੁਖੋ ਸ਼ਹੀਦੀ ਪਾਈ। ਇਉਂ ਜਿਹੜੇ ਬਾਬਾ ਵਿਨੋਦ ਸਿੰਘ ਸੀ ਉਹ ਫਿਰ ਜਦੋਂ ਘਰੋਂ ਆ ਗਏ ਨਾ ਘਰ, ਉਹਨਾਂ ਨੇ ਫਿਰ ਸਾਖੀਆਂ ਲਿਖੀਆਂ ਬੈਠ ਕੇ। ਤੇ ਇਹ ਜਦੋਂ ਫਿਰ ਲਿਖਣਾ ਸੀ ਇਤਿਹਾਸ, ਜਿੱਥੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਲਿਖਤ ਨੂੰ ਆਧਾਰ ਬਣਾਇਆ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਇਹਦੇ ਵਿੱਚ ਉਹ ਗੱਲ ਮੂਹਰੇ ਆਉਂਦੀ ਹੈ। ਉੱਥੇ ਹੁਣ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਜਦੋਂ ਕਿਹਾ ਵੀ ਇਤਿਹਾਸ ਲਿਖੋ, ਕਹਿੰਦੇ ਵੀ ਸੰਖੇਪ ਸਾਖੀਆਂ ਰੂਪ ਦੇ ਵਿੱਚ ਸਾਡੇ ਪਿਆਰੇ ਵੱਡੇ ਬਜ਼ੁਰਗ ਬਾਬਾ ਵਿਨੋਦ ਸਿੰਘ ਜੀ ਦਾ ਲਿਖਿਆ ਹੋਇਆ ਇਤਿਹਾਸ ਸਾਨੂੰ ਪ੍ਰਾਪਤ ਹੋ ਗਿਆ ਘਰੋਂ। ਤੇ ਫਿਰ ਉਸ ਨੂੰ ਮੁੱਖ ਉਹਨਾਂ ਸਾਖੀਆਂ ਨੂੰ ਆਧਾਰ ਬਣਾਇਆ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹਨਾਂ ਦਾ ਵੀ ਪ੍ਰਮੁੱਖ ਮੂਹਰੇ ਰੱਖ ਕਰਕੇ ਫਿਰ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਇਹ ਗੁਰਮੁਖੋ ਗ੍ਰੰਥ ਇਤਿਹਾਸ ਲਿਖਿਆ। ਇਹ ਆਪਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਜੀਵਨ ਪ੍ਰਸੰਗ ਜਿੱਦਾਂ ਸ਼ੁਰੂ ਹੋਇਆ ਉਦੋਂ ਵੀ ਵਿਚਾਰ ਲਈ ਸੀ। ਅੱਜ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਜੀਵਨ ਪ੍ਰਸੰਗ ਸ਼ੁਰੂ ਹੋਣ ਲੱਗਿਆ। ਇਹ ਬਹੁਤ ਸੰਖੇਪ ਹੈ, 7-8 ਦਿਨ ਦੀ, ਇਹ ਲਗਭਗ 8-9 ਦਿਨ ਦੀ ਕਥਾ ਹੈ, ਕਿਉਂਕਿ ਇਹ ਸੰਖੇਪ ਹੈ ਇਤਿਹਾਸ। ਤੋਂ ਲੜੀ ਤਹਿਤ ਕੱਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਪ੍ਰਸੰਗ ਜਿਹੜਾ 64 ਘਰ ਰੂਪ ਪ੍ਰਸੰਗਾਂ ਵਿੱਚ ਲਿਖਿਆ, ਤੇ ਕੱਲ ਆਪਾਂ ਗੁਰੂ ਪਾਤਸ਼ਾਹ ਜੀ ਦੇ ਜੀਵਨ ਦਾ ਜਿਹੜਾ ਸੰਤ ਰੇਣ ਜੀ ਨੇ ਆਖਰੀ 64ਵਾਂ ਘਰ ਦਾ ਪ੍ਰਸੰਗ ਹੈ ਉਹ ਸਰਵਣ ਕੀਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾਏ, ਉਹ ਸਾਰਾ ਪ੍ਰਸੰਗ ਆਪ ਜੀ ਨੇ ਪ੍ਰੇਮ ਸਤਿਕਾਰ ਨਾਲ ਸੁਣਿਆ। ਆਓ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਹੁਣ ਜੀਵਨ ਪ੍ਰਸੰਗ ਕਹਿ ਰਹੇ ਹੈ। ਪ੍ਰੇਮ ਤੇ ਸਤਿਕਾਰ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਕਾਲ ਜੀ ਸਹਾਏ। ਸੰਤਰੇਣ ਜੀ ਮੰਗਲ ਕਰਦੇ ਨੇ ਸਭ ਤੋਂ ਪਹਿਲਾਂ। ਸ੍ਰੀ ਅਕਾਲ ਜੀ ਸਹਾਏ ਵੀ ਜੋ ਸ੍ਰੀ ਅਕਾਲ, ਸ੍ਰੀ ਦਾ ਅਰਥ ਸ਼੍ਰੋਮਣੀ ਵੀ ਹੈ, ਸੁਭਾਏਮਾਨ। ਅਕਾਲ ਪੁਰਖ ਪਰਮੇਸ਼ਰ ਸਹਾਏ, ਉਹ ਹਮੇਸ਼ਾ ਸਹਾਈ ਹੋਣ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੋ ਐਸੇ ਭਾਈ ਸ੍ਰੀ ਵਾਹਿਗੁਰੂ ਅਕਾਲ ਪੁਰਖ ਨੂੰ ਵਾਹਿਗੁਰੂ ਪਰਮੇਸ਼ਰ ਉਸੇ ਦੀ ਹੋਈ ਫਤਿਹ ਹੈ, ਕਿਉਂਕਿ ਸਾਰੀਆਂ ਫਤਿਹ ਉਹੀ ਬਖਸ਼ਦਾ ਹੈ। ਵਾਹਿਗੁਰੂ ਜੀ ਦੀ ਫਤਿਹ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸ ਮੰਗਲ ਨੂੰ ਬਹੁਤ ਵਰਤਿਆ। ਇਹ ਵਸਤੂ ਨਿਰਦੇਸ਼ਕ ਮੰਗਲ ਰੂਪ ਦੇ ਵਿੱਚ ਕਹਿ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਧ ਜੋ ਮੰਗਲ ਵਰਤਿਆ ਉਹ ਇਹ ਹੈ, ਇੱਕ ਓੰਕਾਰ। ਵਸਤੂ ਨਿਰਦੇਸ਼ਕ ਮੰਗਲ ਕਹਿੰਦੇ ਕਿਹਨੂੰ ਹੈ? ਹੁਣ ਇਹ ਸ਼ਬਦ ਨੇ ਆਮ ਹੁਣ ਸਮਝ ਨਹੀਂ ਆਉਣੀ ਵੀ ਵਸਤੂ ਨਿਰਦੇਸ਼ਕ ਦਾ ਭਾਵ ਹੁੰਦਾ ਹੈ ਉਹ ਮੰਗਲ ਜਿਹਦੇ ਵਿੱਚ ਕਰਤੇ ਦਾ ਜਿਹੜਾ ਹੈ ਉਹਦੇ ਗੁਣਾਂ ਦਾ ਜ਼ਿਕਰ ਹੋਵੇ। ਕਰਤਾ ਕੈਸਾ ਹੈ ਪਰਮੇਸ਼ਰ, ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਵੀ ਵਸਤੂ ਨਿਰਦੇਸ਼ਕ ਮੰਗਲ ਹੈ। ਭਾਵ ਜਿਹਦੇ ਵਿੱਚ ਕਰਤੇ ਪੁਰਖ ਦੇ ਅਕਾਲ ਜਿਹਦਾ ਵੀ ਕਹਿਣ ਦਾ ਭਾਵ ਹੈ, ਜਿਸ ਦਾ ਵੀ ਮੰਗਲ ਕਰੀਏ ਉਸ ਦੇ ਗੁਣਾਂ ਦਾ ਵਰਣਨ ਕੀਤਾ ਹੋਵੇ। ਇੱਕ ਓੰਕਾਰ, ਇੱਕ ਜੋ ਅਦੁੱਤੀ ਅਦਵੈਤ ਸਰੂਪ ਬ੍ਰਹਮ ਓੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ। ਇੱਕ ਦਾ ਅਰਥ ਕੀ ਹੈ? ਜਿਹਦੇ ਵਿੱਚ ਕੋਈ ਦਵੈਤਤਾ ਨਹੀਂ ਹੈ, ਦੋਪਣਾ ਨਹੀਂ ਹੈ। ਦਵੈਤ ਇਸ ਕਰਕੇ ਐਸਾ ਜੋ ਅਦੁੱਤੀ ਬ੍ਰਹਮ ਹੈ, ਅਦਵੈਤ ਸਰੂਪ, ਇੱਕ ਪਰਮਾਤਮਾ ਓੰਕਾਰ। ਉਹ ਦਾ ਮੁਖ ਖੁੱਲਾ ਤੇ ਅੱਗੇ ਲੰਮੀ ਜਿਹੜੀ ਹੈ ਲਕੀਰ, ਉਹਦਾ ਭਾਵ ਹੈ ਓੰਕਾਰ। ਉਚਾਰਨੇ ਦਾ ਇਸ ਤਰ੍ਹਾਂ ਹੀ ਹੋਣਾ, ਇੱਕ ਓੰਕਾਰ। ਓੰਕਾਰ ਦਾ ਭਾਵ ਹੈ ਜੋ ਸਾਰਿਆਂ ਦਾ ਹੀ ਪ੍ਰਕਾਸ਼ਕ ਹੈ। ਜਿਵੇਂ ਓਮ ਸ਼ਬਦ ਸੀ, ਓਮ 3 ਅੱਖਰਾਂ ਦਾ, ਓ ਆ ਮ, ਓਮ। ਉਹਦਾ ਭਾਵ ਹੈ ਆਕਾਰ ਮਕਾਰ ਰਕਾਰ, ਵੀ 3 ਨੇ। ਇੱਕ ਸਾਜਦਾ ਹੈ, ਇੱਕ ਰੋਜੀ ਦਿੰਦਾ ਹੈ, ਇੱਕ ਲੈਤਾ ਕਰਦਾ ਮੌਤ। ਤੇ ਉਸ ਦੇ ਫਿਰ 3 ਰੂਪ ਹੋਣ ਦੇ ਨਾਲ 3 ਨਾਮ ਨੇ, ਬ੍ਰਹਮਾ ਵਿਸ਼ਨ ਤੇ ਸ਼ਿਵ। ਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੇ ਇੱਕ ਓੰਕਾਰ ਇਹ ਗੱਲ ਨਹੀਂ ਭਾਈ ਇੱਕੋ ਹੀ ਹੈ ਜੋ ਸਭ ਦਾ, ਉਹਦੇ ਅਧੀਨ ਹੀ ਹੈ। ਇੱਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਹੁਣ ਉਸ ਅਕਾਲ ਪੁਰਖ ਦੇ ਹੀ ਸਾਰਾ ਕੁਝ ਅਧੀਨ ਹੈ। ਇੱਕਾ ਮਾਈ, ਉਸ ਪਰਮਾਤਮਾ ਨੇ ਆਪਣੇ ਤੋਂ ਇੱਕ ਸ਼ਕਤੀ ਆਪਣੀ। ਮਾਈ ਦਾ ਭਾਵ ਕੀ ਹੈ ਕਿ ਸ਼ਕਤੀ। ਜਿੱਥੇ ਹੁਣ ਆਪਾਂ ਵੇਖਦੇ ਹਾਂ ਜਿਵੇਂ ਕਬੀਰਾਜ ਭਾਈ ਸੰਤੋਖ ਸਿੰਘ ਜੀ ਤੇ ਜਾਂ ਫਿਰ ਜਿਹੜੇ ਗਿਆਨੀ ਗਿਆਨ ਸਿੰਘ ਜੀ, ਉਹਨਾਂ ਨੇ ਵੀ ਐਸਾ ਮੰਗਲ ਕੀਤਾ ਹੈ। ਤੇ ਉੱਥੇ ਬਹੁਤ ਇਹ ਕਹਿਣਗੇ ਵੀ ਉਹ ਦੇਖੋ ਜੀ ਉਹ ਤਾਂ ਮਾਤਾ ਦਾ ਮੰਗਲ ਕਰ ਰਹੇ ਆ, ਫਲਾਨੀ ਦੇਵੀ ਭਾਵ ਉਹਨਾਂ ਨੇ ਸ਼ਕਤੀ ਰੂਪ ਲਿਆ। ਅਕਾਲ ਪੁਰਖ ਪਰਮਾਤਮਾ ਜਿਵੇਂ ਆਪਾਂ ਕਹਿੰਦੇ ਆ ਵਿਅਕਤੀ ਹੈ ਇੱਕ, ਤੇ ਇੱਕ ਵਿਅਕਤੀ ਦੇ ਅੰਦਰ ਦੀ ਤਾਕਤ ਹੈ। ਆਪਾਂ ਉਹ ਫਲਾਣਾ ਹੈ ਵੀ ਉਹਦੇ ਵਿੱਚ ਬੜੀ ਤਾਕਤ ਹੈ, ਉਹ ਤਾਂ ਬੜੀ ਸ਼ਕਤੀ ਹੈ ਉਹਦੇ ਵਿੱਚ। ਹੁਣ ਉਹ ਸ਼ਕਤੀ ਜਿਹੜੀ ਹੈ ਉਹ ਇਸਤਰੀ ਲਿੰਗ ਰੂਪ ਸ਼ਬਦ ਹੈ ਇਹ। ਇਸ ਕਰਕੇ ਉਹ ਹੁਣ ਵੱਖ-ਵੱਖ ਜਿਵੇਂ ਸਨਾਤਨ ਧਰਮ ਦੇ ਵਿੱਚ ਉਹਦੇ ਨਾਂ ਰੱਖ ਲਏ ਵੱਖ-ਵੱਖ, ਕਿਉਂਕਿ ਜੋ ਕੋਈ ਸ਼ਕਤੀ ਕਰਮ ਕਰਦੀ ਹੈ ਤੇ ਕਰਮ ਤੋਂ ਉਹਦਾ ਨਾਂ ਪੈ ਜਾਂਦਾ। ਜਿਵੇਂ ਪਰਮੇਸ਼ਰ ਦੇ ਵੀ ਨਾਂ ਨੇ ਨਾ, ਕਿਰਤਮ ਨਾਮ ਨੇ।
ਜਿਵੇਂ ਗਰੀਬਾਂ ਤੇ ਦਇਆ ਕਰਨਾ ਇਹ ਗੁਣ ਹੈ ਪਰਮੇਸ਼ਰ ਦਾ ਨਾਮ ਪੈ ਗਿਆ ਦੀਨ ਦਿਆਲ। ਗੋਬਿੰਦ, ਗੋ ਨਾਮ ਸਾਰੀ ਪ੍ਰਿਥਵੀ ਦਾ ਬਿੰਦ ਨਾਮ ਰੱਖਿਅਕ ਹੈ। ਫਿਰ ਗੋਪਾਲ, ਗੋ ਸਾਰੀ ਪ੍ਰਿਥਵੀ ਪਾਲਣਾ ਕਰਨ ਵਾਲਾ। ਗੋਬਿੰਦ, ਗੋ ਨਾਮ ਵੇਦਾਂ ਦਾ ਵੀ ਬਿੰਦ ਕੀ ਇਹ ਜਾਣਨੇ ਯੋਗ। ਤੋ ਕਹਿਣ ਦਾ ਭਾਵ ਹੈ ਕਿਸੇ ਗੁਣ ਤੋਂ ਨਾਮ ਪੈ ਜਾਣਾ, ਉਹਨੂੰ ਕਿਹਾ ਜਾਂਦਾ ਕਿਰਤਮ ਨਾਮ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ, ਕਿਰਤਮ ਨਾਮ ਜਪੈ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਿ ਬਾਕੀ ਜਿੰਨੇ ਨਾਮ ਨੇ ਉਹ ਕਿਰਤਮ ਨਾਮ ਹੈ, ਜੋ ਪਰਾ ਪੂਰਬਲਾ ਨਾਮ ਹੈ ਪਰਮੇਸ਼ਰ ਦਾ ਉਹ ਕੀ ਹੈ? ਸਤ, ਕਿ ਉਹ ਸਤ ਹੈ। ਇਸ ਤਰ੍ਹਾਂ ਜੋ ਆਪਾਂ ਜਿਉਂ ਇਹ ਕਥਾ ਦੇ ਵਿੱਚ ਗੱਲਾਂ ਚਲੋ ਆਈ ਜਾਂਦੀਆਂ ਨੇ, ਤੋ ਇਸ ਤੇ ਕਿਰਤਮ ਹੈ, ਉਹਦੀ ਸ਼ਕਤੀ ਹੈ ਪਰਮੇਸ਼ਰ ਦੀ। ਉਸ ਨੇ ਫਿਰ ਆਪਣੀ ਸ਼ਕਤੀ ਦੁਆਰਾ ਜਦੋਂ ਏਕਾ ਮਾਈ ਜੁਗਤ ਵਿਆਈ, ਇੱਕ ਜੁਗਤੀ ਦੁਆਰਾ ਵਿਆਈ ਸ਼ਕਤੀ ਤੇ ਸੰਸਾਰ ਦੀ ਰਚਨਾ ਕੀਤੀ। ਹੁਣ ਪਰਮੇਸ਼ਰ ਨੇ ਜਿਹੜੀ ਰਚਨਾ ਕੀਤੀ ਉਹ ਆਪਣੀ ਸ਼ਕਤੀ ਦੁਆਰਾ ਹੀ ਕੀਤੀ ਨਾ। ਉਹ ਸ਼ਕਤੀ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਉਹ ਸ਼ਕਤੀ ਰੂਪ ਜਿਹੜੀ ਦੇਵੀ ਹੈ, ਤੇ ਜਿਹਨੂੰ ਸਨਾਤਨ ਉਹਨਾਂ ਨੇ ਆਪਣੇ ਤੌਰ ਤੇ ਵੱਖ-ਵੱਖ ਰੂਪ ਦੇ ਲਏ ਤੇ ਉਹ ਉਸ ਤਰ੍ਹਾਂ ਉਹਨਾਂ ਨੂੰ ਮੰਨਦੇ ਆ। ਲੇਕਿਨ ਗੁਰਮਤਿ ਦੇ ਵਿੱਚ ਇਹ ਹੈ ਭਾਈ ਕਿ ਸ਼ਕਤੀ ਦਾ ਮਾਲਕ ਤਾਂ ਉਹੀ ਹੈ, ਅਕਾਲ ਪੁਰਖ ਹੈ ਤਾਂ ਹੀ ਸ਼ਕਤੀ ਹੈ ਉਹਦੀ। ਇਸ ਕਰਕੇ ਅਕਾਲ ਪੁਰਖ ਨੂੰ ਸਾਨੂੰ ਮੰਨਣ ਦਾ ਉਪਦੇਸ਼ ਦਿੱਤਾ, ਪੂਜਣ ਦਾ, ਉਪਾਸਨਾ ਇੱਕ ਦੀ ਕਰਨੀ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਹੀ ਸਾਡੇ ਤੇ ਵੱਡੀ ਕਿਰਪਾ ਜਿਹੜੀ ਕੀਤੀ ਹੈ ਕਿ ਫਿਰ ਓਮ ਸ਼ਬਦ, ਹੁਣ ਮਾੜਾ ਸ਼ਬਦ ਨਹੀਂ ਹੈ ਕੋਈ, ਪਰ ਇਹ ਹੈ ਵੀ ਜਿਨ੍ਹਾਂ ਦੀ ਮੱਤ ਦਾ ਹੈ ਉਹ ਜ਼ਰੂਰ। ਅੱਜ ਕੱਲ ਇੱਕ ਬੜੀ ਤਕੜੀ ਸਾਜ਼ਿਸ਼ ਵੀ ਹੈ, ਜਿਵੇਂ ਸਰਕਾਰਾਂ ਯੋਗਾ ਕੈਂਪ ਲਵਾਉਂਦੀਆਂ। ਦੇਖੋ ਯੋਗਾ ਜਿਹੜਾ ਕਰਨਾ ਹੈ ਉਹ ਸਰੀਰ ਦੀ ਤੰਦਰੁਸਤੀ ਲਈ ਹੈ, ਪਰ ਉਹਦੇ ਨਾਲ ਕੀ ਇੱਕ ਸਾਜ਼ਿਸ਼ ਘੜੀ ਜਾਂਦੀ ਹੈ ਕਿ ਹੁਣ ਤੁਸੀਂ ਆ ਪਿੱਛੇ ਜੇ ਹੁਣੀ ਆ ਥੋੜੇ ਦਿਨ ਹੋ ਗਏ ਪੰਜਾਬ ਸਰਕਾਰ ਕਰਾ ਕੇ ਹਟੀ ਹੈ ਜਲੰਧਰ, ਤੇ ਉਹ ਸੁਣਿਓ ਤੁਸੀਂ ਵੀਡੀਓ, ਉਹਦੇ ਵਿੱਚ ਕਿਹਾ ਜਾਂਦਾ ਲਓ ਜੀ ਹੁਣ ਓਮ ਉਚਾਰੋ। ਇਹ ਗੁਰੂ ਸਾਹਿਬ ਨੇ ਤਾਂ ਸਾਨੂੰ ਉੱਪਰ ਲੈ ਗਿਆ, ਸਾਨੂੰ ਫਿਰ ਤੁਸੀਂ ਲੱਤਾਂ ਥੱਲੇ ਨੂੰ ਖਿੱਚਦੇ ਹੋ। ਗੁਰੂ ਸਾਹਿਬ ਨੇ ਇੱਕ ਓੰਕਾਰ, ਤੇ ਫਿਰ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਇੱਕ ਨੂੰ ਮੰਨਦੇ, ਤਾਂ ਤਿੰਨ ਤੇ ਆ। ਉਹ ਭਾਈ ਜਿਨ੍ਹਾਂ ਦਾ ਮਤ ਹੈ ਉਹ ਮੰਨਣ ਜੀ ਸਦਕੇ ਓਮ ਕਹਿਣ। ਓਮ ਸ਼ਬਦ ਕੋਈ ਮਾੜਾ ਸ਼ਬਦ ਨਹੀਂ ਹੈ, ਪਰ ਭਾਈ ਜਿਹੜਾ ਗੁਰੂ ਦਾ ਸਿੱਖ ਹੈ, ਜਿਹਦੇ ਵੀ ਆਪਾਂ ਸਿੱਖ ਹੈ, ਆਪਾਂ ਆਪਣੇ ਇਸ਼ਟ ਦੇ ਉਪਦੇਸ਼ ਮੁਤਾਬਕ ਚੱਲਣਾ ਹੈ, ਫਿਰ ਆਪਣਾ ਭਲਾ ਹੋਵੇਗਾ। ਤੋ ਇਹ ਯੋਗਾ ਦੇ ਨਾਮ ਉੱਤੇ ਇਹ ਚੀਜ਼ ਸਾਡੇ ਮਨਾਂ ਵਿੱਚ ਭਰੀ ਜਾ ਰਹੀ ਹੈ। ਇਹ ਸਾਰਾ ਜਿਹੜੀਆਂ ਨੇ ਸਰਕਾਰਾਂ ਨੇ ਨਾ, ਇਹ ਮਤ ਜਾਣੂ ਵੀ ਕੋਈ ਇਹ ਇੱਕ ਬੜੀ ਅੰਦਰੂਨੀ ਅਸੀਂ ਹੋ ਗਏ ਸਹੂਲਤਾਂ ਵੱਲ ਨੂੰ, ਕੋਈ ਸਾਨੂੰ 4 ਜ਼ਿੰਦਗੀ ਦੀਆਂ ਸਹੂਲਤਾਂ ਮਿਲਦੀਆਂ ਨੇ ਨਾ, ਆਹ ਚੀਜ਼ ਸਾਨੂੰ ਫ੍ਰੀ ਮਿਲ ਗਈ, ਆ ਟਮਕਾਣਾ ਸਾਨੂੰ ਆਹ ਮਿਲ ਗਿਆ, ਪਰ ਐ ਨਹੀਂ ਪਤਾ ਵੀ ਧਰਮ ਤੌਰ ਤੇ ਜਿਹੜੀ ਜੜੀ ਦਾਤੀ ਪਈ ਹੋਈ ਹੈ ਉਧਰ ਨੂੰ ਧਿਆਨ ਨਹੀਂ ਹੈ ਸਾਨੂੰ। ਗੁਰਮੁਖੋ ਸਿੱਖੀ ਸਾਡੇ ਲਈ ਪਹਿਲਾਂ ਹੋਣੀ ਚਾਹੀਦੀ ਹੈ। ਅੱਜ ਦਾ ਜਿਹੜਾ ਸਿੱਖ ਹੈ ਉਹਨੂੰ ਦੁਨਿਆਵੀ ਸਹੂਲਤਾਂ ਪਹਿਲਾਂ ਪਹਿਲ ਹੋ ਗਈ, ਸਿੱਖੀ ਪਿੱਛੇ ਰਹਿ ਗਈ। ਇਹ ਹੈ ਕਿ ਸੰਸਾਰ ਦੀਆਂ ਸਹੂਲਤਾਂ, ਕਿੱਤੇ, ਕਾਰੋਬਾਰ ਇਹ ਬਾਅਦ ਦੀਆਂ ਗੱਲਾਂ। ਸਿੱਖ ਤਾਂ ਇਹ ਕਹਿੰਦਾ ਵੀ ਇਹ ਤਾਂ ਦੂਰ ਦੀਆਂ, ਸਰੀਰ ਵੀ ਸਿੱਖ ਨੂੰ ਆਪਣੀ ਸਿੱਖੀ ਤੋਂ ਬਾਅਦ ਹੈ। ਅੱਗੇ ਪੜ੍ਹਦੇ ਹੀ ਨਾ, ਸਿਰ ਜਾਵੇ ਤਾਂ ਜਾਵੇ ਸਿੱਖੀ ਸਦਕ ਨਾ ਜਾਵੇ। ਸਿੱਖ ਤਾਂ ਇਹ ਕਹਿੰਦੇ ਜ਼ਮੀਨਾਂ ਜਾਇਦਾਦਾਂ ਹੋਰ ਇਹ ਤਾਂ ਕੱਲ ਨੂੰ ਜਾਂਦੀਆਂ, ਅੱਜ ਜਾਣ। ਇਦੋਂ ਗਾਹਾਂ ਹੈਗਾ ਸਰੀਰ। ਦੇਖੋ ਆਪਣੇ ਕੋਲ ਇਹ ਹੈ ਕਿ ਜਿਵੇਂ ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਹੈ, ਦੁਨਿਆਵੀ ਸਹੂਲਤਾਂ। ਮੰਨ ਲਓ ਕੋਈ ਬੰਦੇ ਨੂੰ ਰੋਗ ਲੱਗ ਗਿਆ ਤਾਂ ਆਂਢੀ ਗੁਆਂਢੀ ਵੀ ਰਾਇ ਦਿੰਦੇ ਆ, ਜੇ ਨਹੀਂ ਪੈਸੇ ਕੋਈ ਥੋੜੀ ਬਹੁਤੀ ਪ੍ਰਾਪਰਟੀ ਜਾਇਦਾਦ ਤੋਂ ਵੇਚ ਕੇ ਇਲਾਜ ਕਰਾ ਲੈ, ਸਰੀਰ ਤੰਦਰੁਸਤ ਹੋ ਫਿਰ ਬਣ ਜੂ। ਪਰ ਇੱਥੇ ਤਾਂ ਸਰੀਰ ਤੋਂ ਵੀ ਪਹਿਲਾਂ ਸਿੱਖੀ ਹੈ। ਤੇਰੀ ਸਿੱਖੀ ਨੂੰ ਜੇ ਕੋਈ ਦਾਗ ਲੱਗਦਾ ਹੈ ਤਾਂ ਉੱਥੇ ਫਿਰ ਇਹ ਕਹਿਤਾ ਵੀ ਕੇਸ ਨਹੀਂ ਕਟਾਉਣੇ, ਸਿਰ ਦਾ ਖੋਪੜ ਲਾਉਣੇ ਹੋ ਤਾਂ ਲਾ ਦਿਓ, ਜੇ ਅੱਜ ਦੇ ਸਿੱਖ ਹੁੰਦੇ।
ਉਹ ਕਹਿੰਦੇ ਲੈ ਤੈਨੂੰ ਨਾਲ ਸਹੂਲਤਾਂ ਦਿੰਦੇ ਆ, ਕੇਸ ਹੀ ਕਟਾਉਣੇ ਆ। ਤਾਰੂ ਸਿੰਘ ਨੂੰ ਸੀ, ਤੈਨੂੰ ਦੇਖ ਪੂਰੀ ਵੱਡੀ ਚੌਧਰ ਦੇਵਾਂਗੇ, ਨਵਾਬੀ ਦੇ ਦੇਵਾਂਗੇ, ਸੈਂਕੜੇ ਬੰਦੇ ਤੇਰੇ ਥੱਲੇ ਕੰਮ ਕਰਦੇ ਹੋਣਗੇ। ਪਰ ਹੁਣ ਜੇ ਅੱਜ ਦੇ ਕਿਸੇ ਨੂੰ ਪ੍ਰਮਾਣ ਦੇਣਾ, ਉਹ ਹੁਣ ਅੱਜ ਦਾ 20 ਦਲੀਲਾਂ ਦੇ ਦੂ, ਆਏ ਨਹੀਂ ਆਏ ਐ। ਪਰ ਗੁਰਮੁਖੋ ਜੇ ਆਪਾਂ ਵੇਖੀਏ ਫਿਰ ਭਾਈ ਤਾਰੂ ਸਿੰਘ ਕੋਲੇ ਵੀ ਦਲੀਲਾਂ ਵਾਲੇ ਤਾਂ ਬਥੇਰੇ ਸੀ। ਜੇ ਦਲੀਲਾਂ ਦੇ ਉੱਤੇ, ਕਿਉਂਕਿ ਇੱਥੇ ਤਾਂ ਹੁਣ ਦਲੀਲ ਇਹੀ ਹੈ ਕਿ ਭਾਈ ਤਾਰੂ ਸਿੰਘ ਨੂੰ ਵੇਖ ਲਓ ਭਾਈ, ਇਹ ਦੁਨੀਆ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ, ਪਰ ਇਹ ਜਿਹੜੀ ਧਰਮ ਦੇ ਤੌਰ ਤੇ ਹੋ ਰਿਹਾ ਹੈ ਨਾ, ਇਹਨੂੰ ਹਜੇ ਸਮਝ ਹੀ ਨਹੀਂ ਰਹੇ, ਸਮਝਣ ਦੀ ਯਤਨ ਨਹੀਂ ਕਰ ਰਹੇ। ਅਸਲ ਵਿੱਚ ਕਹਾਣੀ ਇਹ ਹੈ ਕਿਉਂਕਿ ਸਾਨੂੰ ਆਹ ਥੋੜੀਆਂ ਜਿਹੀਆਂ ਚੀਜ਼ਾਂ 'ਚ ਭਰਮਾ ਲਿਆ। ਇਹ ਠੀਕ ਆ ਵੀ ਇੱਕ ਦੂਜੇ ਨੂੰ ਹੁਣ ਆਪਾਂ ਨੂੰ ਲਾਲਚ ਪਿਆ ਹੋਇਆ ਵੀ ਮੈਂ ਵੀ ਲਾਂ, ਜੇ ਆਪਾਂ ਇਹ ਪੱਖ ਵੇਖੀਏ ਕਿਰਤ ਕਰੋ ਵਾਲਾ ਸਿਧਾਂਤ ਤਾਂ ਫਿਰ ਇਹ ਖਤਮ ਹੈ ਨਾ। ਮਹਾਰਾਜ ਨੇ ਤਾਂ ਕਿਹਾ ਸੀ ਕਿਰਤ ਕਰਕੇ ਛਕੋ, ਹੁਣ ਇਹ ਕਹਿੰਦਾ ਵੀ ਨਹੀਂ ਤੂੰ ਦੇ ਸਹੂਲਤਾਂ, ਤੂੰ ਸਾਡੀ ਧਰਮ ਤਾਂ ਵੱਖਰਾ ਦੂਰ ਹੈ। ਤੇ ਦੁਨਿਆਵੀ ਇਹ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਹੁਣ ਆਪਾਂ ਜੀਵਨ ਪੜ੍ਹਿਆ ਹੈ, ਉਹਦੇ ਵਿੱਚ ਵੀ ਤਾਂ ਇਹ ਵੀ ਮਾਇਆ ਵਾਲੇ ਸੀ ਜਿਹੜੇ ਮਾਇਆ ਚੱਕ ਕੇ ਤੁਰ ਗਏ, ਕੋਈ ਹੀਰੇ ਜੋ, ਪਰ ਉਹ ਜਿਹੜੇ ਬਿਰਲੇ ਸੀ ਜਿਹੜੇ ਕਹਿੰਦੇ ਮਹਾਰਾਜ ਇਹ ਨਹੀਂ ਚਾਹੀਦਾ ਸਾਨੂੰ, ਤੂੰ ਚਾਹੀਦਾ। ਗੁਰੂ ਸਾਹਿਬ ਦੀ ਕਿਰਪਾ ਰਹਿਮਤ ਤੇ ਇਹ ਗੱਲ ਚੱਲੀ ਸੀ ਕਿ ਜਿਹੜਾ ਸਾਡੇ ਲਈ ਇੱਕ ਓੰਕਾਰ, ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਵਾਹਿਗੁਰੂ ਓੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਸਤ ਗੁਰ ਪ੍ਰਸਾਦ ਜੋ ਸਤ ਸਰੂਪ ਹੈ, ਜਿਹਦਾ ਕਦੇ ਨਾਸ਼ ਨਹੀਂ ਹੁੰਦਾ। ਸਤ ਤੇ ਗੁਰ, ਗੁਰ ਦਾ ਭਾਵ ਹੈ ਜੋ ਚੇਤਨ ਸਰੂਪ ਹੈ, ਉਹਦੇ ਵਿੱਚ ਜੜਤਾ ਨਹੀਂ ਹੈ। ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਉਹ ਆਨੰਦ ਸਰੂਪ ਹੈ, ਉਹਦੇ ਵਿੱਚ ਸੋਗ ਨਹੀਂ ਹੈ, ਆਨੰਦ ਹੀ ਆਨੰਦ ਹੈ। ਫਿਰ ਗੁਰ ਦਾ ਅਰਥ ਵੱਡਾ ਵੀ ਹੈ ਕਿ ਉਹ ਸਭ ਤੋਂ ਵੱਡਾ ਹੈ। ਪ੍ਰਸਾਦ ਦਾ ਅਰਥ ਕਿਰਪਾ, ਉਹ ਕਿਰਪਾ ਦਾ ਸਰੂਪ ਹੈ। ਸਤ ਗੁਰ ਪ੍ਰਸਾਦ, ਉਹ ਪਰਮੇਸ਼ਰ ਬ੍ਰਹਮ ਜੋ ਸਭ ਦਾ ਪ੍ਰਕਾਸ਼ਵਾਨ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਆਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਆਥ ਹੁਣ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇਹ ਜੋ ਇਤਿਹਾਸਕ ਗ੍ਰੰਥ ਹੈ, ਦੁਤੀਏ ਮਹੱਲੇ ਸ੍ਰੀ ਸਤਿਗੁਰੂ ਅੰਗਦ ਦੇਵ ਜੀ ਕੀ ਕਥਾ ਪ੍ਰੇਅੰਬਤੇ, ਦੂਜੇ ਮਹੱਲੇ ਦੀ ਕਥਾ। ਤੇ ਦੁਤੀਆ ਮਹੱਲਾ ਕੀ ਹੈ? ਸ੍ਰੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ। ਸੰਤ ਰੇਣ ਜੀ ਕਹਿੰਦੇ ਭਾਈ ਉਹਨਾਂ ਕੀ ਕਥਾ ਪ੍ਰਰੰਭ ਤੇ, ਉਹਨਾਂ ਦੀ ਕਥਾ ਹੁਣ ਪ੍ਰਾਰੰਭ ਕਰਦੇ ਹਾਂ। ਦੋਹਰਾ ਮੰਗਲ ਕਰ ਰਹੇ ਨੇ ਦਸਾਂ ਪਾਤਸ਼ਾਹੀਆਂ ਦਾ, ਪਹਿਲਾਂ ਅਕਾਲ ਪੁਰਖ ਜੀ ਦਾ। ਜਿਵੇਂ ਪਹਿਲਾਂ ਤਾਂ ਜੋ ਗੁਰੂ ਸਾਹਿਬ ਨੇ ਮੰਗਲ ਦੱਸਿਆ ਉਹ ਕੀਤਾ, ਹੁਣ ਆਪਣੇ ਵੱਲੋਂ ਮੰਗਲ ਕਹਿ ਰਹੇ ਹਨ। ਸਤ ਚਿਤ ਆਨੰਦ ਰੂਪ ਜੋ ਨਿਰਵਿਕਾਰ ਸੁਖ ਦਾਇ। ਭਾਈ ਜੋ ਪਰਮੇਸ਼ਰ ਵਾਹਿਗੁਰੂ ਸਤ ਚਿਤ ਆਨੰਦ, ਜਿਹਨੂੰ ਹਿੰਦੀ ਵਾਲਿਆਂ ਨੇ ਲਿਖਿਆ ਸਤਿਅਮ ਸ਼ਿਵਮ ਸੁੰਦਰਮ, ਤੇ ਸਤਿਗੁਰੂ ਜੀ ਨੇ ਕਿਹਾ ਸਤ ਚਿਤ ਆਨੰਦ। ਪਰਮੇਸ਼ਰ ਜੋ ਹੈ ਉਹ ਸਤ ਚਿਤ ਆਨੰਦ ਹੈ। ਤੇ ਇਹ ਹੁਣ ਸਾਰਿਆਂ ਦੇ ਅੰਦਰ ਪਰਮੇਸ਼ਰ ਦਾ ਵਸ ਹੈ। ਇਸ ਕਰਕੇ ਹਰ ਜੀਵ ਸਤ ਚਿਤ ਆਨੰਦ ਹੋਣਾ ਚਾਹੁੰਦਾ ਹੈ। ਆਪਾਂ ਸਾਰੇ ਹੀ ਬ੍ਰਹਮ ਹੋਣਾ ਚਾਹੁੰਦੇ ਹਾਂ, ਪਰਮੇਸ਼ਰ ਹੋਣਾ ਚਾਹੁੰਦੇ ਹਾਂ, ਲੇਕਿਨ ਉਹਦਾ ਜਿਵੇਂ ਹੋਣਾ ਹੈ ਉਹ ਪਾਸਾ ਛੱਡ ਕੇ ਅਸੀਂ ਮਾਰਗ ਹੋਰ ਚੁਣ ਲਿਆ। ਸਤ ਦਾ ਭਾਵ ਕੀ ਹੈ? ਜੋ ਹਮੇਸ਼ਾ। ਦੇਖੋ ਤਿੰਨ ਚੀਜ਼ਾਂ ਹਰੇਕ ਦੀ ਰੁਚੀ ਹੈ, ਮੇਰੀ ਵੀ ਹੈ, ਤੁਹਾਡੀ ਵੀ ਹੈ, ਜਿੰਨੇ ਬੈਠੇ ਹੋ। ਸਤ ਜਿਹਦਾ ਕਦੇ ਨਾਸ਼ ਨਹੀਂ ਹੁੰਦਾ। ਹਰ ਵਿਅਕਤੀ ਕਹਿੰਦਾ ਮੈਂ ਹਮੇਸ਼ਾ ਲਈ ਰਹਾ, ਤੇ ਇਸ ਕਰਕੇ ਅਸੀਂ ਆ ਪਸਾਰਾ ਬਣਾ ਰਹੇ ਹਾਂ। ਤੇ ਇਹ ਇੱਕ ਬ੍ਰਹਮ ਦਾ ਗੁਣ ਹੈ, ਮਾੜੀ ਗੱਲ ਨਹੀਂ ਹੈ।
ਫਿਰ ਚਿੱਤ, ਕਿ ਸਭ ਕੁਝ ਚਿੰਤਨ ਵਿੱਚ ਹੈ। ਸਾਡੀ ਵੀ ਇਹ ਰੁਚੀ ਹੈ, ਮੇਰੇ ਸਭ ਕੁਝ ਚਿੰਤਨ ਵਿੱਚ ਹੋਵੇ, ਮੇਰੇ ਚਿੰਤਨ ਤੋਂ ਬਾਹਰ ਕੁਛ ਨਾ ਹੋਵੇ। ਜੋ ਕੁਝ ਹੈ ਪ੍ਰਮਾਤਮਾ ਦੇ ਚਿੰਤਨ ਵਿੱਚ, ਚਿੱਤ ਹੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਉਂਦਾ, ਕੋਈ ਉਹਦੇ ਚੇਤੇ ਤੋਂ ਬਾਹਰ ਨਹੀਂ ਹੈ। ਫਿਰ ਆਨੰਦ, ਤੀਜਾ ਗੁਣ ਹੈ। ਇਹ ਵੀ ਆਪਣੀ ਇੱਕ ਅੰਦਰ ਦੀ ਆਪਣੀ ਜੀਵ ਰੂਪ ਵਿੱਚ ਵੀ ਭਾਵਨਾ ਹੈ ਕਿ ਮੈਂ ਹਮੇਸ਼ਾ ਖੁਸ਼ ਰਹਾਂ। ਸੀ ਆਨੰਦ ਚਾਹੁੰਦੇ ਹਾਂ, ਸੋਗ ਕੋਈ ਦੁੱਖ ਕੋਈ ਨਹੀਂ ਚਾਹੁੰਦਾ। ਸਤ ਚਿਤ ਆਨੰਦ, ਇਹ ਪਰਮੇਸ਼ਰ ਦੇ ਗੁਣ ਹੈ। ਪਰਮਾਤਮਾ ਦਾ ਹਰ ਇੱਕ ਜੀਵ ਦੇ ਅੰਦਰ ਵਸ ਹੈ, ਇਸ ਕਰਕੇ ਜੀਵ ਵੀ ਇਹੀ ਕੁਝ ਚਾਹੁੰਦਾ ਹੈ। ਪਰ ਫਿਰ ਦੁਖੀ ਕਿਉਂ ਹੈ? ਉਹਦਾ ਕਾਰਨ ਇਹ ਹੈ ਕਿ ਇਹ ਜਿੱਥੋਂ ਹੋਣਾ ਸੀ ਉਹ ਰਸਤਾ ਛੱਡ ਕੇ ਹੋਰ ਪਾਸੇ ਪੈ ਗਿਆ। ਉਹਦਾ ਕਾਰਨ ਕੀ ਹੈ? ਹੋਣਾ ਤਾਂ ਸੀ ਇਹ ਨਾਮ ਤੋਂ, ਪਰਮੇਸ਼ਰ, ਪਰ ਇਹ ਸਤ ਚਿਤ ਆਨੰਦ ਦਾ, ਜਿਵੇਂ ਆਪਾਂ ਇੱਕ ਹੁੰਦਾ ਅਕਸ ਪੈਣਾ, ਘੜਾ ਪਿਆ ਪਾਣੀ ਦਾ ਪ੍ਰਮਾਣ ਦੇ ਰਹੇ, ਤੇ ਆਕਾਸ਼ ਤਾਂ ਤਾਹਾਂ ਹੈ, ਪਰ ਉਹ ਪਾਣੀ ਦੇ ਘੜੇ ਦੇ ਵਿੱਚ ਵੀ ਦਿੰਦਾ ਹੈ। ਤੇ ਹੁਣ ਉਸ ਉੱਪਰ ਆਕਾਸ਼ ਨੂੰ ਛੱਡ ਕੇ ਕੇਵਲ ਉਸ ਘੜੇ ਵਾਲੇ ਆਕਾਸ਼ ਨੂੰ ਦੇਖਣਾ ਚਾਹੁੰਦਾ ਹੈ, ਤੇ ਉੱਥੇ ਤਾਂ ਹੈ ਨਹੀਂ ਆਕਾਸ਼, ਉਹ ਤਾਂ ਇੱਕ ਪਰਛਾਵਾਂ, ਉਹਦਾ ਅਕਸ ਹੈ ਆਕਾਸ਼ ਦਾ ਉਹਦੇ ਵਿੱਚ। ਇਸੇ ਤਰ੍ਹਾਂ ਆਪ ਦਾ ਮੂੰਹ ਦੇਖੋ ਸ਼ੀਸ਼ੇ ਵਿੱਚ, ਉਹ ਸਾਡਾ ਅਕਸ ਦਿੰਦਾ, ਅਸੀਂ ਹੈ ਤਾਂ ਨਹੀਂ ਉੱਥੇ, ਅਕਸ ਦੀ ਰਿਹਾ, ਤੇ ਅਸਲ ਨੂੰ ਛੱਡ ਕੇ ਉਸ ਪਾਸੇ ਨੂੰ ਹੋ ਜਾਣਾ। ਤੇ ਘੜਾ ਜਿਹੜਾ ਹੈ ਉਹ ਤੋੜਤਾ, ਉਹਦਾ ਫਿਰ ਖਤਮ ਹੋ ਗਿਆ, ਘਟ ਫੂਟੇ ਸਾਰਾ ਖਤਮ ਹੈ। ਇੱਕ ਮਹਾਪੁਰਸ਼ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਉਹ ਇੱਕ ਕਹਾਣੀ ਸੁਣਾਉਂਦੇ ਕਥਾ ਉਹਦੇ ਵਿੱਚ। ਉਹ ਇਸ ਤਰ੍ਹਾਂ ਸੀ, ਭਾਈ ਸਤਚਿਤ ਆਨੰਦ ਦਾ ਵੀ ਅਕਸ ਕਿਵੇਂ ਪੈਂਦਾ। ਜੀਵ ਅਕਸ ਵੱਲ ਨੂੰ, ਪਰਛਾਵੇਂ ਵੱਲ ਨੂੰ ਭੱਜ ਰਿਹਾ, ਅਸਲ ਵੱਲ ਨੂੰ ਨਹੀਂ। ਇਸ ਕਰਕੇ ਅਸੀਂ ਸਤਚਿਤ ਆਨੰਦ ਹੋ ਨਹੀਂ ਰਹੇ, ਕਿਉਂਕਿ ਇਹ ਸਤਚਿਤ ਦਾ ਆਨੰਦ ਦਾ ਜਿਹੜਾ ਅਕਸ ਹੈ ਉਹ ਦੁਨਿਆਵੀ ਸਹੂਲਤਾਂ ਤੇ ਪੈ ਰਿਹਾ। ਜਿਵੇਂ ਸਾਨੂੰ ਜਿਹਦੇ ਕੋਲੇ ਸਾਈਕਲ ਹੈ ਉਹਨੂੰ ਲੱਗਦਾ ਜੇ ਮੋਟਰਸਾਈਕਲ ਹੋ ਮੈਂ ਇਦੋਂ ਬਹੁਤ ਸੁਖੀ ਹੋ ਜੂ, ਮੋਟਰਸਾਈਕਲ ਵਾਲੇ ਨੂੰ ਲੱਗਦਾ ਜੇ ਗੱਡੀ ਹੋਵੇ ਮੈਂ ਉਦੋਂ ਸੁਖੀ ਹੂੰ, ਜਿਹਦੇ ਕੋਲੇ ਗੱਡੀ ਉਹ ਕਹਿੰਦਾ ਇਦੋਂ ਵੱਡੀ ਹੋਵੇ ਮੈਂ ਸੁਖੀ ਹੋ ਜੂ। ਘਰ ਛੋਟਾ ਹੈ ਉਹ ਕਹਿੰਦਾ ਵੱਡਾ ਹੋਵੇ ਸੁਖੀ ਹੋ ਜੂ। ਜਾਇਦਾਦ ਹੈ ਨਹੀਂ, ਉਹ ਕਹਿੰਦਾ ਮੇਰੇ ਕੋਲੇ ਹੁੰਦੀ ਮੈਂ ਬੜਾ, ਜਿਹਦੇ ਕੋਲੇ ਹੈਗੀ ਉਹ ਕਹਿੰਦਾ ਹੋਰ ਹੁੰਦੀ ਮੈਂ ਇਦੋਂ ਸੁਖੀ। ਪਰ ਹੋ ਨਹੀਂ, ਕਿਉਂਕਿ ਇਸ ਤੇ ਅਕਸ ਪੈ ਰਿਹਾ। ਹੁਣੇ ਤਾਂ ਆਪਾਂ ਸਤਚਿਤ ਆਨੰਦ ਦੀਆਂ ਸਾਰੇ ਸੁਖੀ ਹੋਣਾ ਚਾਹੁੰਦੇ ਆ ਨਾ। ਇਹ ਪਰਛਾਵਾਂ, ਉਹ ਫਿਰ ਸਤਪੁਰਸ਼ਾਂ ਨੇ ਕਥਾ ਸੁਣਾਉਣੀ। ਭਾਈ ਇਹ ਕੋਈ ਰਾਜਾ ਸੀ, ਉਹਦੀ ਰਾਣੀ ਇਸ਼ਨਾਨ ਕਰਦੀ ਸੀ ਤੇ ਆਪਦਾ 9 ਲੱਖਾ ਹਾਰ ਟੰਗਤਾ, ਕਿਤੇ ਗਈ ਨਦੀ ਤੇ ਇਸ਼ਨਾਨ ਕਰਨ। ਇੱਕ ਇੱਲ ਆਈ, ਉਹਨੇ ਉਹ ਹਾਰ ਚੁੱਕਿਆ ਲੈ ਗਈ ਝਪਟ, ਤੇ ਉਹ ਰਾਣੀ ਇਸ਼ਨਾਨ ਕਰਦੀ ਜਿੱਥੇ ਵਸਤਰ ਹੋਵੇ ਪਤਾ ਨਾ ਲੱਗਿਆ ਹਾਰ ਕਿੱਧਰ ਗਿਆ। ਢੰਡੋਰਾ ਫੜਾਤਾ ਵੀ ਰਾਜੇ ਦੀ ਰਾਣੀ ਦਾ ਹਾਰ ਗੁੰਮ ਹੋ ਗਿਆ, ਇਨਾਮ ਦਿੱਤਾ ਜਾਊ ਜੇ ਕੋਈ ਲੱਭ ਕੇ ਦੇਊ, ਕੱਲ ਆਪਾਂ ਨਵੇੜੀਏ ਇਹ ਗੱਲ, ਸਮਝ ਆ ਜੇ। ਤਾਂ ਉਸ ਸਮੇਂ ਫਿਰ ਸਾਰਿਆਂ ਦੇ ਅੰਦਰ ਇਹ ਗੱਲ ਚਲੀ ਗਈ, ਹਰੇਕ ਦੀ ਕੋਸ਼ਿਸ਼ ਹੋਈ ਮੈਨੂੰ ਪਤਾ ਲੱਗ ਜੇ ਮੈਂ ਦੱਸ ਦਿਆਂ। ਤਾਂ ਇੱਕ ਜੰਗਲ ਵਿੱਚ ਲੱਕੜਹਾਰਾ ਲੱਕੜਾਂ ਵੜਦਾ ਫਿਰਦਾ ਸੀ। ਉਹਨਾਂ ਸਮਿਆਂ ਵਿੱਚ ਵੱਡੇ ਦਰਖਤ ਦੇ ਥੱਲੇ ਕੋਈ ਨਾ ਕੋਈ ਪਾਣੀ ਦੀ ਢਾਬ ਹੁੰਦੀ। ਥੱਕ ਗਿਆ ਗਰਮੀ 'ਚ ਤੇ ਜਾ ਕੇ ਦਰਖਤ ਦੇ ਥੱਲੇ ਆਰਾਮ ਕੀਤਾ, ਫਿਰ ਪਾਣੀ ਪੀਣ ਲੱਗਿਆ। ਪਾਣੀ ਟਿਕਿਆ ਹੋਇਆ ਸੀ, ਹਨੇਰੇ ਦੇ ਵਿੱਚ ਇਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਉਸ ਨੂੰ ਪਾਣੀ ਦੇ ਵਿੱਚ ਹਾਰ ਦਿਸਿਆ। ਜਦੋਂ ਪਾਣੀ 'ਚ ਹਾਰ ਦਿਸਿਆ ਉਹ ਤਾਂ ਬੜਾ ਖੁਸ਼ ਹੋਇਆ, ਛਾਲ ਮਾਰੀ ਵਿੱਚ ਵੀ ਮੈਂ ਹਾਰ ਕੱਢ ਕੇ ਹੁਣੇ ਰਾਜੇ ਨੂੰ ਦੇ ਕੇ ਮੈਂ ਤਾਂ ਇਨਾਮ ਨੂੰ। ਪਰ ਉੱਥੇ ਜਦੋਂ ਹਿੱਲ ਗਿਆ ਪਾਣੀ, ਸਭ ਕੁਝ ਚਿੱਕੜੀ ਹੱਥ 'ਚ ਆਵੇ ਹੋਰ ਕੁਛ ਨਾ। ਫਿਰ ਰਾਜੇ ਨੂੰ ਵੀ ਸੱਦ ਲਿਆ, ਉਹਨੇ ਵੀ ਪਾਣੀ ਟਿਕੇ ਤੋਂ ਤਾਂ ਹਾਰ। ਉਹ ਤਾਂ ਸਮਝਾਉਣਾ ਹੈ ਨਾ ਕਿ ਸਾਰੇ ਹੈਰਾਨ ਨੇ। ਉਦੋਂ ਨੂੰ ਕੋਈ ਸਾਧੂ ਗੁਰਮੁਖ ਸੰਤ ਪੁਰਸ਼ ਆ ਗਏ। ਉਹਨਾਂ ਪੁੱਛਿਆ ਵੀ ਰਾਜਾ ਐਂ ਕਿਵੇਂ ਤੁਸੀਂ ਖੜੇ ਹੋ, ਵਸਤਰ ਭਿੱਜੇ ਹੋਏ ਆ ਚਿੱਕੜ ਨਾਲ। ਕਹਿੰਦੇ ਜੀ ਹਾਰ ਹੈ ਇਹਦੇ ਵਿੱਚ, ਪਰ ਹੱਥ ਨਹੀਂ ਆਉਂਦਾ, ਪਾਣੀ ਟਿਕਿਆ ਆਹ ਦੇਖ ਲਓ ਦੀਂਦਾ। ਉਹ ਸਾਧੂ ਦੀ ਜਿਹੜੀ ਬਿਰਤੀ ਹੈ ਨਾ ਉਹ ਸੂਖਮ ਹੋਈ ਹੁੰਦੀ ਹੈ ਨਾਮ ਜਪ ਕੇ।
ਜਿਹੜਾ ਸੰਸਾਰੀ ਬੰਦਾ ਉਹਦੀ ਬਿਰਤੀ ਪਦਾਰਥ ਕਰਕੇ ਖਿੰਡੀ ਹੁੰਦੀ ਹੈ। ਕਈ ਵਾਰ ਉਹ ਦਿਮਾਗ 'ਚ ਨਹੀਂ ਆਉਂਦੀ ਗੱਲ ਜਿਹੜੀ ਸਾਧੂ ਦੇ ਦਿਮਾਗ 'ਚ ਆਉਂਦੀ, ਕਿਉਂਕਿ ਬਿਰਤੀ ਨਾਮ ਨਾਲ ਬਹੁਤ ਬਰੀਕ ਹੋ ਜਾਂਦੀ ਹੈ। ਜੋ ਦੇਖ ਕੇ ਕਹਿੰਦੇ ਰਾਜਾ ਵੀ ਜਿੱਥੋਂ ਹਾਰ ਭਾਲਦਾ ਹੈ ਨਾ ਤੂੰ ਉੱਥੇ ਹੈ ਨਹੀਂ, ਅਸਲ ਵਿੱਚ ਹਾਰ ਕਿਤੇ ਹੋਰ ਹੈ, ਇੱਥੇ ਤਾਂ ਉਹਦਾ ਅਕਸ ਪੈ ਰਿਹਾ ਪਾਣੀ 'ਚ। ਤਾਹਾਂ ਨਿਗਾਹ ਮਾਰ ਉੱਤੇ ਗਿਲਜ ਦਾ ਆਲਣਾ ਹੈ ਦਾ, ਉਹ ਦੇਖੋ ਉਹਦੇ ਵਿੱਚੋਂ ਲਮਕਦਾ ਹਾਰ। ਤੂੰ ਕਹਿਣ ਦਾ ਉੱਥੋਂ ਅਸਲ ਜਿੱਥੋਂ ਸੀ ਉੱਥੋਂ ਹੀ ਮਿਲਣਾ ਸੀ ਨਾ, ਪਰ ਉਹ ਭਾਲਦੇ ਰਹੇ ਉੱਥੇ ਜਿੱਥੇ ਅਕਸ ਪੈਂਦਾ ਸੀ। ਇਸੇ ਤਰ੍ਹਾਂ ਜੋ ਸਤ ਚਿੱਤ ਆਨੰਦ ਹੈ ਉਹ ਮਿਲਣਾ ਤਾਂ ਹੈ ਨਾਮ ਦੁਆਰਾ ਜਿੱਥੇ ਅਸਲ ਹੈ, ਪਰ ਉਹਦਾ ਅਕਸ ਸੰਸਾਰ ਦੀਆਂ ਸਹੂਲਤਾਂ ਤੇ ਪੈ ਰਿਹਾ ਹੈ। ਤੇ ਇਸ ਕਰਕੇ ਜੀਵ ਦੀ ਸੰਸਾਰੀ ਵੱਲ ਨੂੰ ਭੱਜ ਦੌੜ ਹੋਈ ਵੀ ਹੈ ਕਿ ਇੱਥੋਂ ਮੈਨੂੰ ਸੁੱਖ ਸਤ ਚਿੱਤ ਆਨੰਦ ਹੋ ਜੇ, ਇੱਥੋਂ ਸਤ ਚਿੱਤ ਆਨੰਦ ਹੋ ਜਾਵਾਂ। ਹੋਣਾ ਉਹ ਹੈ ਜਿਸ ਦਿਨ ਇਹਨੂੰ ਸਮਝ ਆ ਗਈ ਸੱਤ ਔਰ ਅਸੱਤ ਦੀ, ਜੋ ਆਪਾਂ ਬਾਰ-ਬਾਰ ਕਥਾ ਵਿੱਚ ਆਉਂਦਾ ਵਿਵੇਕ ਬੁੱਧ ਵੀ ਸੱਤ ਸੱਤ ਦੀ ਵਿਚਾਰ ਕਰੋ, ਗੁਰੂ ਸਾਹਿਬ ਨੇ ਵੀ ਉਪਦੇਸ਼ ਦਿੱਤਾ ਹੈ। ਤੋ ਇਹ ਬ੍ਰਹਮ ਦੇ ਗੁਣ ਨੇ ਤੇ ਹਰ ਜੀਵ ਬ੍ਰਹਮ ਰੂਪ ਹੋਣਾ, ਕਿਉਂਕਿ ਅਸੀਂ ਆਏ ਹੀ ਬ੍ਰਹਮ ਹੋਣ ਵਾਸਤੇ ਹਾਂ, ਅਭੇਦ ਕੇਵਲ ਮੁਕਤ ਦੀ ਪ੍ਰਾਪਤੀ ਵਾਸਤੇ। ਤੇ ਇਹ ਅਸੀਂ ਚੱਲੇ ਹੋਏ ਹਾਂ। ਜਿਹੜੇ ਫਿਰ ਗੁਰਮੁਖੋ ਭੇਦ ਹੋ ਜਾਂਦੇ ਨੇ ਉਹਨਾਂ ਨੂੰ ਕਿਹਾ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। 10ਵੇਂ ਪਾਤਸ਼ਾਹ। ਤੇ ਉਹਨਾਂ ਨੂੰ ਜਿਹੜੇ ਹੋ ਜਾਂਦੇ ਨੇ ਭੇਦ, ਉਹਨਾਂ ਨੂੰ ਫਿਰ ਆਪਾਂ ਕਹਿੰਦੇ ਆ ਸੰਤ ਹੈ, ਬ੍ਰਹਮ ਗਿਆਨੀ ਹੈ, ਗੁਰਮੁਖ ਹੈ, ਸਾਧੂ ਹੈ, ਜਿਹੜੇ ਭਾਈ ਅਭੇਦਤਾ ਰੂਪ ਦੇ ਵਿੱਚ ਨੇ। ਗੁਰੂ ਕਿਰਪਾ ਕਰੇ ਆਏ ਆਪਾਂ ਸਾਰੇ ਹੀ ਇਸ ਅਭੇਦਤਾ ਕੇਵਲ ਮੁਕਤ ਦੀ ਪ੍ਰਾਪਤੀ ਲਈ ਹਾਂ। ਉਸ ਅਕਾਲ ਪੁਰਖ ਦਾ ਇਹ ਗੁਣ ਰੂਪ ਮੰਗਲ ਕਰ ਰਹੇ ਹਨ। ਸਤ ਚਿਤ ਆਨੰਦ ਰੂਪ ਜੋ ਭਾਈ ਸੰਤਰੇਣ ਜੀ ਕਹਿੰਦੇ ਜੋ ਸਤ ਚਿਤ ਆਨੰਦ ਸਰੂਪ ਪਰਮੇਸ਼ਰ ਹੈ, ਨਿਰਵਿਕਾਰ ਸੁਖਦਾਈ, ਜਿਹਦੇ ਵਿੱਚ ਕੋਈ ਵਿਕਾਰ ਨਹੀਂ ਹੈ, ਕੋਈ ਦੋਸ਼ ਨਹੀਂ ਹੈ, ਨਿਰਵਿਕਾਰ ਹੈ। ਆਪਾਂ ਚੌਪਈ ਸਾਹਿਬ ਪੜ੍ਹਦੇ ਹਾਂ ਨਿਰਵਿਕਾਰ ਨਿਰਲੰਭ, ਉਹਦੇ ਵਿੱਚ ਆਉਂਦਾ ਨਿਰਲੰਭ ਦਾ ਅਰਥ ਕੀ ਹੈ? ਲੰਭ ਕਹਿੰਦੇ ਨੇ ਆਸਰੇ ਨੂੰ। ਪਰਮਾਤਮਾ ਨੂੰ ਕਿਸੇ ਦਾ ਆਸਰਾ ਨਹੀਂ, ਉਹਨੂੰ ਲੋੜ ਨਹੀਂ ਕਿਸੇ, ਉਹ ਸਭ ਦਾ ਆਸਰਾ ਹੈ। ਨਿਰਵਿਕਾਰ ਜਿਹਦੇ ਵਿੱਚ ਕੋਈ ਵਿਕਾਰ ਦੋਸ਼ ਨਹੀਂ ਹੈ। ਸੁਖਦਾਏ ਜੋ ਭਾਈ ਸਭ ਲਈ ਸੁੱਖਾਂ ਦਾ ਦਾਤਾ ਹੈ। ਨਮੋ ਨਮੋ ਤੇ ਚਰਨ ਕੋ ਸਭ ਵਿਦ ਹੋ ਸਹਾਏ। ਨਮੋ ਨਮੋ ਮਨ ਕਰਕੇ ਔਰ ਸਰੀਰ ਕਰਕੇ ਵੀ ਨਮਸਕਾਰ ਹੈ। ਨਮੋ ਨਮੋ ਤੇ ਚਰਨ ਕੋ, ਬਾਰ ਬਾਰ ਨਮਸਕਾਰ ਉਸ ਦੇ ਚਰਨਾਂ ਤੋਂ। ਸਭ ਵਿਦ ਹੋ ਸਹਾਏ ਕਿ ਹੇ ਪਰਮੇਸ਼ਰ ਜੀ ਸਭ ਤਰ੍ਹਾਂ ਕਰਕੇ ਤੁਸੀਂ ਸਾਡੇ ਸਹਾਈ ਹੋਵੋ ਜੀ। ਗੁਰ ਨਾਨਕ ਪੁਰਸ਼ੋਤਮੰ ਪਰੰ ਪਰਾਵਰ ਜੋਏ। ਫਿਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਮੰਗਲ ਕੀਤਾ ਕਿ ਜੋ ਭਾਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੁਰਸ਼ੋਤਮੰ, ਦੋ ਸ਼ਬਦਾਂ ਦਾ ਜੋੜ ਹੈ, ਪੁਰਸ਼ ਉੱਤਮ, ਇਕੱਠਾ ਸ਼ਬਦ ਹੈ ਪੁਰਸ਼ੋਤਮੰ। ਜਿਹੜਾ ਸਾਰੇ ਪੁਰਸ਼ਾਂ ਦਾ ਉੱਤਮ ਪੁਰਸ਼ ਹੈ ਉਹ ਕੀ ਹੈ? ਸ੍ਰੀ ਗੁਰੂ ਨਾਨਕ, ਸਾਰੇ ਪੁਰਸ਼ਾਂ ਦੇ ਵਿੱਚੋਂ ਉੱਤਮ ਪੁਰਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਰੰ ਪਰਾਵਰ ਜੋਏ। ਜੋ ਭਾਈ ਪਰੰ ਪਰਾਵਰ, ਜਿਹੜੇ ਪਰੇ ਤੋਂ ਪਰੇ ਹੈ, ਪਰਮਾਤਮਾ ਉਹਨਾਂ ਤੋਂ ਵੀ ਪਰੇ ਹੈ। ਜਿਵੇਂ ਸੰਸਾਰ ਹੈ, ਫਿਰ ਇੱਥੋਂ ਅੱਗੇ ਗਾਹਾਂ ਦੇਵਤਿਆਂ ਨੂੰ ਉਹ ਪਰੇ ਹੋ ਗਏ, ਉਹਨਾਂ ਨੂੰ ਪਰਾ ਦਾ ਭਾਵਾ ਉੱਚੇ ਗਿਣਿਆ। ਪਰੇ ਤੋਂ ਪਰੇ, ਉਹਨਾਂ ਤੋਂ ਵੀ ਪਰੇ ਫਿਰ ਪਰਮੁਖ ਤਿੰਨ ਦੇਵਤੇ ਹੋ ਗਏ। ਜਿਹੜਾ ਪ੍ਰਮਾਤਮਾ ਪਰੰ ਪਰਾਵਰ ਜੋਏ, ਜੋ ਉਹਨਾਂ ਤੋਂ ਵੀ ਪਰੇ ਪਰ ਹੈ, ਉਹ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਇਸ ਤਰ੍ਹਾਂ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੀ ਅਕਾਲ ਪੁਰਖ ਦਾ ਹੀ ਰੂਪ ਹੈ। ਸ੍ਰੀ ਗੁਰੂ ਨਾਨਕ ਦੇਵ ਸਾਰੇ ਪੁਰਸ਼ਾਂ ਤੋਂ ਉੱਤਮ ਪੁਰਸ਼, ਪਰੇ ਤੋਂ ਪਰੇ ਸਭ ਭਾਈ ਦੇਵੀ ਦੇਵ ਤੋਂ ਵੀ ਉੱਤਮ ਜੋ ਸਤਿਗੁਰੂ ਜੀ ਹਨ। ਪਾਵਨ ਚਰਨਨ ਸੀਸ ਧਰ ਬਹੁ ਵਿਦ ਬੰਦਨ ਹੋਏ।
ਐਸੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਸੰਤਰੇਣ ਜੀ ਕਹਿੰਦੇ ਮੈਂ ਸੀਸ ਧਰਦਾ ਹਾਂ। ਬਹੁਤ ਵਿਧੀ ਸਹਿਤ, ਬਹੁਤ ਤਰੀਕੇ ਸਹਿਤ ਮੇਰੀ ਸਤਿਗੁਰੂ ਜੀ ਨੂੰ ਬੰਦਨਾ ਹੋਵੇ। ਬੰਦਨ ਕਰਹਿ ਨਿਬੰਧ ਹੋਏ, ਸ੍ਰੀ ਅੰਗਦ ਪਦ ਬੰਦ। ਫਿਰ ਗੁਰੂ ਅੰਗਦ ਦੇ ਪਾਤਸ਼ਾਹ ਦਾ ਮੰਗਲ ਹੈ ਕਿ ਬੰਦਨ ਕਰਹਿ ਨਿਬੰਧ ਹੋਏ। ਬੰਧਨ ਤੋਂ ਰਹਿਤ ਹੋ ਕਰਕੇ ਬੰਧਨ ਕਰਦਾ, ਬੰਧਨਾ ਨਮਸਕਾਰ ਕਰਦਾ। ਬੰਦ ਵਿਕਾਰ ਭਾਵ ਸੋਚਾਂ ਤੋਂ ਰਹਿਤ ਹੋ ਕੇ ਸ੍ਰੀ ਅੰਗਦ ਪਦ ਬੰਦ। ਕਿਹਦੇ? ਭਾਈ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਪਰ ਬੰਦਨਾ ਹੈ। ਸਦਾ ਸਹਾਇਕ ਹੋ ਪ੍ਰਭ, ਬਿਘਨ ਕਰੋ ਨਿਕੰਦ। ਇਹ ਕਿਉਂ ਬੰਦਨਾ ਕੀਤੀ ਕਿ ਹੇ ਗੁਰੂ ਅੰਗਦ ਦੇਵ ਜੀਓ ਮਹਾਰਾਜ, ਸਦਾ ਸਹਾਇਕ ਹੋ ਪ੍ਰਭ, ਹੇ ਪਰਮੇਸ਼ਰ ਸਤਿਗੁਰੂ ਸਾਡੇ ਤੁਸੀਂ ਹਮੇਸ਼ਾ ਹੀ ਸਹਾਇਕ ਹੋਵੋ। ਬਿਘਨ ਕਰੋ ਨਿਕੰਦ। ਇਤਿਹਾਸ ਲਿਖ ਰਹੇ ਆ ਜੇ ਜੋ ਵੀ ਜੀਵਨ ਵਿੱਚ ਵਿਘਨ ਪੈਣ ਕਰੋ ਨਿਕੰਦ, ਉਹਨਾਂ ਨੂੰ ਆਪ ਜੀ ਕਿਰਪਾ ਕਰਕੇ ਕੱਟ ਦੇਵੋ ਜੀ। ਪਰਮ ਬ੍ਰਿਧ ਸ੍ਰੀ ਅਮਰ ਜੀ, ਪਰਮ ਉਦਾਰ ਸਦੀਵ। ਪਰਮ ਬ੍ਰਿਧ, ਬ੍ਰਿਧ ਦਾ ਅਰਥ ਹੈ ਵੱਡਾ। ਇੱਥੇ ਜਿਵੇਂ ਆਪਾਂ ਵੱਡੀ ਉਮਰ ਦੇ ਨੂੰ ਬਿਰਧ ਕਹਿ ਦਿੰਦੇ ਹਾਂ, ਪਰਮ ਬ੍ਰਿਧ ਜੋ ਭਾਈ ਸਭ ਤੋਂ ਮਹਾਨ ਵੱਡੇ ਸ੍ਰੀ ਅਮਰ ਜੀ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਪਰਮ ਉਦਾਰ ਸਦੀਵ, ਉਹ ਕਿ ਪਰਮ ਦਾ ਅਰਥ ਵੀ ਬਹੁਤ ਵੱਡੇ, ਪਰਮ ਬ੍ਰਿਧ ਬਹੁਤ ਵੱਡੇ, ਬਹੁਤ ਪਰਮ ਉਦਾਰ ਸਦੀਵ। ਜਿਹੜੇ ਉਦਾਰ ਚਿੱਤਕ ਹੁੰਦਾ, ਜਿਵੇਂ ਆਪਾਂ ਕਹਿੰਦੇ ਫਲਾਣਾ ਬੰਦਾ ਬੜਾ ਖੁੱਲ੍ਹ ਦਿਲਾ ਹੈ, ਉਦਾਰਤਾ ਦਾ ਸੁਭਾਅ ਹੈ। ਜਿਹੜੇ ਭਾਈ ਬਹੁਤ ਹੀ ਉਦਾਰ ਚਿੱਤ ਮਹਾਨ, ਹਮੇਸ਼ਾ ਹੀ ਪਰਮ ਬਖਸ਼ ਕਰ ਸੇਵਕਨ, ਪਰਮ ਉਧਾਰਕ ਥੀਵ। ਤੇ ਆਪਣੇ ਸੇਵਕਾਂ ਦੇ ਉੱਤੇ ਪਰਮ ਬਖਸ਼ ਕਰ ਸੇਵਕਨ, ਬਹੁਤ ਵੱਡੀਆਂ ਬਖਸ਼ਿਸ਼ਾਂ ਕਰਦੇ ਹਨ। ਪਰਮ ਉਧਾਰਕ ਥੀਵ, ਜਿਹੜੇ ਕਿ ਬਹੁਤ ਜੀਵਾਂ ਦਾ ਉਧਾਰ ਕਰਨ ਵਾਲੇ ਨੇ। ਰਾਮਦਾਸ ਸ੍ਰੀ ਸਤਿਗੁਰੂ, ਦਾਸਨ ਤਰਾਸ ਬਿਨਾਸ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ, ਜੋ ਭਾਈ ਦਾਸਾਂ ਦਾ ਤਰਾਸ ਵਿਨਾਸ਼ ਕਰਨ ਵਾਲੇ ਹੈ। ਦਾਸਾਂ ਦੇ ਹਰ ਇੱਕ ਭੈ ਨੂੰ, ਜੋ 7 ਤਰ੍ਹਾਂ ਦਾ ਡਰ ਭੈ ਲਿਖਿਆ ਹੈ, ਜਮਾ ਇਤਿਆਦਿਕ ਦੇ ਤਰਾਸ ਦਾ ਭੈ ਦਾ ਨਾਸ਼ ਕਰਨ ਵਾਲੇ ਹਨ। ਨਿਜ ਪਰ ਜਨ ਵਿਸ਼ਵਾਸ ਲਖ, ਬਖਸ਼ਿਸ਼ ਹੈ ਸੁਖ ਰਾਸ। ਨਿਜ ਪਰ ਜਨ, ਆਪਣੇ ਵੀ ਤੇ ਹੋਰ ਵੀ ਜਿੰਨੇ ਵੀ ਕੋਈ ਭਾਈ ਜਨ ਜੀਵ ਸੇਵਕ ਨੇ, ਜਿਹੜੇ ਵੀ ਕੋਈ ਵਿਸ਼ਵਾਸ ਕਰਦੇ ਸਤਿਗੁਰੂ ਤੇ, ਉਹਨਾਂ ਦਾ ਵਿਸ਼ਵਾਸ ਜਾਣ ਕਰਕੇ ਬਖਸ਼ਤ ਹੈ ਸੁਖ ਰਾਸ। ਗੁਰੂ ਪਾਤਸ਼ਾਹ ਜੀ ਸੁੱਖਾਂ ਦੀ ਪੂੰਜੀ ਆਪਣਿਆਂ ਸੇਵਕਾਂ ਨੂੰ ਬਖਸ਼ਿਸ਼ ਕਰਦੇ ਹਨ। ਭਾਰੀ ਉਪਕਾਰੀ ਸਦਾ, ਧ੍ਰਿਤ ਧਾਰੀ ਗੁਣ ਖਾਨ। ਫਿਰ ਅੱਗੇ 5ਵੇਂ ਪਾਤਸ਼ਾਹ ਜੀ ਦਾ ਮੰਗਲ ਹੈ। ਭਾਰੀ ਉਪਕਾਰੀ ਸਦਾ, ਜੋ ਹਮੇਸ਼ਾ ਹੀ ਵੱਡੇ ਪਰਉਪਕਾਰੀ ਨੇ। ਧ੍ਰਿਤ ਧਾਰੀ ਗੁਣ ਖਾਨ, ਜੋ ਸਾਰੀ ਭਾਈ ਧ੍ਰਿਤ ਧਰਤੀ ਦੇ ਧਾਰੀ ਆਸਰਾ ਰੂਪ ਗੁਣਾਂ ਦੀ ਖਾਨ ਹਨ ਸਤਿਗੁਰੂ। ਸ੍ਰੀ ਅਰਜਨ ਪਦ ਪਦਮ ਕੋ, ਨਮੋ ਜੋਰ ਜੁਗ ਪਾਨ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪਦ ਪਦਮ, ਉਹਨਾਂ ਦੇ ਭਾਈ ਚਰਨ ਕਮਲਾਂ ਨੂੰ ਨਮੋ ਜੋਰ ਜੁਗ ਪਾਨ। ਦੋਵੇਂ ਹੱਥ ਜੋੜ ਕਰਕੇ, ਦੋਵੇਂ ਹੱਥਾਂ ਨੂੰ ਜੋੜ ਕੇ ਮੈਂ ਨਮਸਕਾਰ ਕਰਦਾ ਹਾਂ। ਸ੍ਰੀ ਗੁਰ ਹਰ ਗੋਬਿੰਦ ਜੀ, ਚੰਦ ਮਨਿੰਦ ਬਿਲੰਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਭਾਈ ਚੰਦ ਮਨਿੰਦ ਬਿਲੰਦ, ਜੋ ਸਤਿਗੁਰੂ ਸੱਚੇ ਪਾਤਸ਼ਾਹ ਚੰਦਰਮਾ ਦੀ ਨਿਆਈ ਪ੍ਰਕਾਸ਼ਵਾਨ ਹਨ, ਔਰ ਭਾਈ ਸੀਤਲ ਸੁਭਾਅ ਵਾਲੇ, ਮਹਾਨ ਸੀਤਲ ਸੁਭਾਅ ਦੇ ਮਾਲਕ ਨੇ। ਦਾਸ ਕੁਮਦ ਆਨੰਦ ਦਾ,
ਨਮੋ ਪਦਨ ਅਰਬਿੰਦ। ਜਿਵੇਂ ਚੰਦਰਮਾ ਜਦੋਂ ਚੜ੍ਹਦਾ ਹੈ ਤਾਂ ਰਾਤ ਨੂੰ ਜਿਹੜੀਆਂ ਇੱਕ ਫੁੱਲ ਖਿੜਦੇ ਨੇ ਉਹਨਾਂ ਨੂੰ ਕਮੀਆਂ ਕਹਿੰਦੇ ਆ, ਕੁਮਦੀਆਂ ਵੀ ਕਹਿੰਦੇ ਆ। ਜਿਵੇਂ ਬਾਕੀ ਫੁੱਲ ਸੂਰਜ ਦੇ ਨਾਲ ਖਿੜਦੇ ਆ, ਉਹ ਜਿਹੜੀ ਹੈ ਉਹ ਸੂਰਜ ਚੜ੍ਹੇ ਤੋਂ ਕੁਮਲਾ ਜਾਂਦੀ ਹੈ ਕਮੀਆਂ, ਤੇ ਰਾਤ ਨੂੰ ਚੰਦਰਮਾ ਤੋਂ ਉਹ ਫਿਰ ਜਿਹੜਾ ਹੈ ਖਿੜਦੀਆਂ ਨੇ। ਇਸੇ ਤਰ੍ਹਾਂ ਭਾਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾਸ ਕੁਮਦ ਆਨੰਦ ਦਾ ਆਪਣੇ ਸੇਵਕ ਰੂਪੀ ਕਮੀਆਂ ਨੂੰ ਆਨੰਦ ਦੇਣ ਵਾਲੇ ਹੈ, ਖੜਾਉਣ ਵਾਲੇ ਹਨ। ਨਮੋ ਪਦਨ ਅਰਵਿੰਦ, ਉਹਨਾਂ ਦੇ ਭਾਈ ਚਰਨ ਕਮਲਾਂ ਤੇ ਵੀ ਨਮਸਕਾਰ ਹੈ। ਸ੍ਰੀ ਹਰਿ ਰਾਏ ਜੋ ਹਰਤ ਹੈ, ਦਾਸਨ ਕੇ ਦੁਖ ਜਾਲ। ਇਹ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਹਰਤ ਹੈ, ਉਹ ਭਾਈ ਹਰ ਲੈਂਦੇ ਨੇ, ਨਾਸ਼ ਕਰ ਦਿੰਦੇ ਆ ਕਿ ਦਾਸਨ ਕੇ ਦੁੱਖ ਜਾਲ, ਆਪਣਿਆਂ ਸੇਵਕਾਂ ਦੇ ਦੁੱਖਾਂ ਦਾ ਜਾਲ ਕੱਟ ਦਿੰਦੇ ਨੇ। ਬੰਦੋਂ ਚਰਨ ਸਰੋਜ ਕੋ ਹੋ ਸਦਾ ਕਿਰਪਾਲ। ਚਰਨ ਸਰੋਜ ਕਮਲ, ਚਰਨ ਕਮਲ ਕਹਿੰਦੇ ਭਾਈ ਮੈਂ ਉਹਨਾਂ ਦੇ ਚਰਨਾਂ ਕਮਲਾਂ ਤੇ ਵੀ ਨਮਸਕਾਰ ਕਰਦਾ ਕਿ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਤੁਸੀਂ ਹਮੇਸ਼ਾ ਹੀ ਵਾਸਤੇ ਕਿਰਪਾਲੂ ਹੋਵੋ ਜੀ। ਸ੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ ਦੇਹੋ ਗੁਰਮਤਿ ਉਪਜਾਏ। हे ਸ੍ਰੀ ਸਤਿਗੁਰੂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਕਿਰਪਾ ਕਰੋ ਜਿਵੇਂ ਤੁਸੀਂ ਜੋ ਗੂੰਗੇ ਦੇ, ਜਿਹੜਾ ਗੂੰਗਾ ਬੋਲਾ ਸੀ, ਬੋਲ ਨਹੀਂ ਸੀ ਸਕਦਾ, ਉਹਦੇ ਤੇ ਤੁਸੀਂ ਮਹਾਰਾਜ ਕਿੱਡੀ ਕਿਰਪਾ ਕਰ ਦਿੱਤੀ, ਉਸ ਨੂੰ ਕਿੱਡੀ ਬੁੱਧੀ ਵਿਦਵਤਾ ਬਖਸ਼ਤੀ। ਦੇਹੋ ਗੁਰਮਤਿ ਉਪਜਾਏ, ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਵਿੱਚ ਵੀ ਗੁਰਮਤਿ ਪੈਦਾ ਕਰ ਦੋ ਜੀ। ਔਰ ਵਿਕਾਰ ਕੋ ਪਰ ਹਰੋ, ਸਤਨਾਮ ਲਿਵ ਲਾਏ। ਤੇ ਇਹ ਵੀ ਕਿਰਪਾ ਕਰੋ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ, ਔਰ ਵਿਕਾਰ ਕੋ ਪਰ ਹਰੋ, ਜਿਹੜੇ ਹਿਰਦੇ ਦੇ ਵਿਕਾਰ ਹਨ ਉਹਨਾਂ ਦਾ ਵੀ ਨਾਸ਼ ਕਰ ਦਿਓ। ਸਤਨਾਮ ਲਿਵ ਲਾਏ, ਤੇ ਸਾਡੀ ਲਿਵ ਬਿਰਤੀ ਸੱਚੇ ਨਾਮ ਵਿੱਚ ਲਾ ਦੇਵੋ। ਤੇਗ ਬਹਾਦਰ ਸ੍ਰੀ ਗੁਰੂ ਪਰਮ ਬਹਾਦਰ ਧੀਰ। ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜੋ ਕਿ ਪਰਮ ਬਹਾਦਰ ਧੀਰ, ਜੋ ਸਭ ਤੋਂ ਵੱਡੇ ਬਹਾਦਰ ਧੀਰਜਵਾਨ ਬਹਾਦਰ ਨੇ, ਜਿਨ੍ਹਾਂ ਨੇ ਸ਼ਾਂਤ ਰੂਪ ਰਹਿ ਕੇ ਜੋ ਸ਼ਹੀਦੀ ਦਿੱਤੀ। ਕੇਵਲ ਪਰ ਉਪਕਾਰ ਹਿਤ ਦੀਨੋ ਜਾਏ ਸਰੀਰ। ਕੇਵਲ ਤੇ ਕੇਵਲ ਪਰਉਪਕਾਰ ਦੇ ਵਾਸਤੇ ਜਿਨ੍ਹਾਂ ਨੇ ਭਾਈ ਜਾ ਕਰਕੇ ਆਪਣਾ ਸਰੀਰ ਦੇ ਦਿੱਤਾ, ਸੀਸ ਦੇਤਾ। ਹਿੰਦੂ ਧਰਮ ਦੇ ਜੰਜੂ ਤਿਲਕ ਦੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਰਉਪਕਾਰ ਕੀਤਾ। ਸ੍ਰੀ ਗੁਰ ਗੋਬਿੰਦ ਸਿੰਘ ਗੁਰ ਧਨੀ ਦੇਗ ਅਰ ਤੇਗ। ਇਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਹੜੇ ਕਿ ਦੇਗ ਤੇਗ ਦੇ ਧਨੀ ਹਨ। ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੁਹਿ ਔਰ ਨ ਦਲੈ। ਦੇਗ ਲੰਗਰ, ਤੇਗ ਤਲਵਾਰ, ਇਹਦੇ ਪਿੱਛੇ ਵੀ ਬਹੁਤ ਵੱਡਾ ਭਾਵ ਹੈ। ਦੱਸਿਆ ਸੀ ਇੱਕ ਦਿਨ ਵੀ ਦੇਗ ਦਾ ਭਾਵ ਕੀ ਹੈ। ਦੇਗ ਖੁੱਲੇ ਮੂੰਹ ਵਾਲਾ ਬਰਤਨ, ਜਿਹਦੇ ਵਿੱਚ ਜੋ ਬਣਿਆ ਸਭ ਲਈ ਵਰਤਦਾ ਨਾ, ਤੇ ਅਗਰ ਕੋਈ ਉਹਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਤੇਗ ਵੀ ਨਾਲ ਚੱਲਦੀ ਹੈ। ਕਿਉਂਕਿ ਫਿਰ ਸਿੱਖ ਮੱਤ, ਗੁਰੂ ਮੱਤ ਇਹ ਕਹਿੰਦੀ ਹੈ ਕਿ ਉਹਨੂੰ ਤੇਗ ਨਾਲ ਵੀ ਰੋਕੋ। ਇਸ ਸੰਸਾਰ ਦੇ ਵਿੱਚ ਜਿਹੜਾ ਦੇਗ ਦੇ ਸਿਧਾਂਤ ਵਿੱਚ ਕੋਈ ਖਲਲ ਪਾਵੇ, ਇਹ ਇਉਂ ਕਰਕੇ ਫਿਰ ਕਿਹਾ ਦੇਗ ਤੇਗ ਜਗ ਮੈਂ ਦੋ ਚੱਲੇ। ਆਮ ਆਪਾਂ ਲਿਖਿਆ ਪੜ੍ਹਦੇ ਹਾਂ ਦੇਗ ਤੇਗ ਫਤਿਹ, ਉਹਦਾ ਭਾਵ ਹੈ ਨਮੋ ਨਮੋ ਪਾਵਨ ਪਦਨ ਹੋ ਸਹਾਇਕ ਬੇਗ। ਨਮੋ ਨਮੋ ਉਹਨਾਂ ਦੇ ਭਾਈ ਚਰਨ ਕਮਲਾਂ ਤੇ, ਪਵਿੱਤਰ ਚਰਨਾਂ ਤੇ ਬਾਰ-ਬਾਰ ਨਮਸਕਾਰ ਹੈ।
ਹੋ ਸਹਾਇਕ ਬੇਗ। ਬੇਗ ਦਾ ਅਰਥ ਹੈ ਛੇਤੀ। हे ਸਤਿਗੁਰੂ ਜੀ, ਤੁਸੀਂ ਵੀ ਤੁਰੰਤ ਹੀ ਸਾਡੇ ਸਹਾਇਕ ਹੋਵੋ ਜੀ। ਪ੍ਰੇਮ ਹਰੀ ਤਬ ਦਾਸ ਢਿਗ, ਅਸ ਬਿਦ ਬਚਨ ਲਾਏ। ਹੁਣ ਅੱਗੇ ਦੱਸਦੇ ਨੇ ਕਿ ਬਾਬਾ ਪ੍ਰੇਮ ਸਿੰਘ ਜੀ ਬੇਦੀ, ਉਹਨਾਂ ਨੇ ਭਾਈ ਦਾਸ ਮੈਂ ਦਾਸ ਦੇ ਕੋਲ ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਬਚਨ ਕਹੇ। ਪਾਵਨ ਗਾਥਾ ਦੁਤੈ ਗੁਰ, ਅਬਹਿ ਸੁਨਨ ਕੀ ਚਾਹੇ। ਉਹ ਕਹਿਣ ਲੱਗੇ ਵੀ ਇਹ ਸੰਤ ਨੈਣ ਪ੍ਰੇਮ ਸਿੰਘ ਜੀ, ਹੁਣ ਦੂਜੇ ਪਾਤਸ਼ਾਹ ਮਹਾਰਾਜ ਦੀ ਜੋ ਪਵਿੱਤਰ ਕਥਾ ਹੈ ਉਹ ਮੈਨੂੰ ਸੁਣਨ ਦੀ ਚਾਹਨਾ ਹੈ। ਕਹੀ ਕਵੀ ਕਹੈ ਧਨ ਬੁੱਧ ਤੋਹੇ, ਕਥਾ ਗੁਰਨ ਸੁਨ ਚਾਹੇ। ਤਾਂ ਫਿਰ ਕਵੀ ਜੀ ਕਹਿੰਦੇ ਸੰਤ ਨੈਣ ਜੀ, ਭਾਈ ਅਸੀਂ ਕਿਹਾ ਵੀ ਇਹ ਬਾਬਾ ਪ੍ਰੇਮ ਸਿੰਘ ਜੀ, ਕਵੀ ਕਹੈ ਧਨ ਬੁੱਧ ਤੋਹੇ, ਤੁਹਾਡੀ ਬੁੱਧੀ ਧਨ ਹੈ ਜੋ ਤੁਹਾਡੇ ਬੁੱਧੀ ਅੰਦਰ ਗੁਰੂਆਂ ਦੀ ਕਥਾ ਸੁਣਨ ਦੀ ਚਾਹਨਾ ਹੈ। ਪਰ ਉਪਕਾਰ ਹੈ ਕਾਰਨੇ, ਅਸ ਅਭਿਲਾਖ ਕਰਾਹੀ। ਉਹ ਕਹੇ ਤੁਸੀਂ ਤਾਂ ਗੁਰੂ ਸਾਹਿਬ ਦੀ ਅੰਸ਼ ਵੰਸ਼ ਹੋ। ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਬਾਬਾ ਪ੍ਰੇਮ ਸਿੰਘ ਬੇਦੀ, ਤਾਂ ਤੁਸੀਂ ਹੋਰਾਂ ਤੇ ਪਰਉਪਕਾਰ ਕਰਨ ਵਾਸਤੇ ਹੀ ਐਸੀ ਅਭਿਲਾਸ਼ਾ ਆਪਣੇ ਅੰਦਰ ਪੈਦਾ ਕਰ ਰਹੇ ਹੋ, ਕਿਉਂਕਿ ਸਾਨੂੰ ਸੁਣਾਓ ਅੱਗੇ ਕਿੰਨਿਆਂ ਦਾ ਭਲਾ ਹੋਣਾ ਹੈ। ਸਤਿਗੁਰ 10 ਪਤ ਸਾਹੇ ਕੇ, ਪਦ ਅਰਬਿੰਦ ਸਨਾਏ। 10 ਪਾਤਸ਼ਾਹੀਆਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਭਾਈ ਬਹੁਤ ਹੀ ਸੁਨਾਏ ਪ੍ਰੇਮ ਸਹਿਤ ਨਮਸਕਾਰ ਕਰ। ਦਰਸਾਵਹੁ ਦੁਤੀਓ ਮਹਲ, ਸੁਨੋ ਕਥਾ ਮਨ ਲਾਏ। ਕਹਿੰਦੇ ਹੁਣ ਭਾਈ ਤੁਹਾਨੂੰ ਦੂਜੇ ਮਹੱਲੇ ਦੀ ਜਿਹੜੀ ਹੈ ਉਹ ਕਥਾ ਮਾ ਸੁਣੋ, ਮਨ ਲਾ ਕੇ ਦਰਸ਼ਨ ਕਰਵਾਉਨੇ ਆ। ਭਾਵ ਗੁਰੂ ਅੰਗਦ ਦੇ ਪਾਤਸ਼ਾਹ ਦੀ ਕਥਾ ਭਾਈ ਸੁਣਾਉਂਦੇ ਹਾਂ। ਸਵਈਆ ਅੰਤਰ ਧਿਆਨ ਭਏ ਗੁਰ ਅੰਗਦ। ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਫਿਰ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਵੀ ਇੱਥੇ ਭਾਈ ਜੋ ਅੰਤਰ ਧਿਆਨ ਸਮਾਧੀ ਵਿੱਚ ਹਨ। ਸ੍ਰੀ ਕਰਤਾਰਪੁਰੋਂ ਚੱਲ ਆਏ। ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਇੱਥੇ ਫਿਰ ਖਡੂਰ ਸਾਹਿਬ ਹੀ ਆ ਗਏ। ਜਾਹੇ ਰਚੀ ਕੁਟੀਆ ਤ੍ਰਿਣ ਕੀ, ਜਿੱਥੇ ਭਾਈ ਤ੍ਰਿਣ ਘਾਹ ਦੀ ਜਿਹੜੀ ਹੈ ਕੱਖਾਂ ਦੀ ਕੁਟੀਆ ਬਣਾਈ ਹੋਈ ਹੈ। ਤੇਹ ਬੀਚ ਸੋ ਰੋਰਨ ਸੇਜ ਵਿਛਾਏ। ਉਹਦੇ ਵਿੱਚ ਮਿੱਟੀ ਦੇ ਰੋੜਿਆਂ ਦੀ ਛੋਟੀਆਂ ਛੋਟੀਆਂ ਦੀ ਸੇਜਾ ਜਿਹੜੀ ਹੈ ਉਹ ਵਿਛਾਈ ਹੈ। ਆਏ ਥਿਰੇ ਤਹਿ ਸੇਜ ਕੇ ਉੱਪਰ। ਉਸ ਰੋੜਿਆਂ ਦੀ ਸੇਜਾ ਦੇ ਉੱਤੇ ਆ ਕੇ ਗੁਰੂ ਅੰਗਦ ਦੇ ਮਹਾਰਾਜ ਬੈਠ ਗਏ। ਧਿਆਨ ਗੁਰੂ ਮਨ ਮਾਹੇ ਲਗਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਮਨ ਵਿੱਚ ਧਿਆਨ ਧਰਿਆ ਹੈ। ਬੀਤ ਗਇਓ ਇਸ ਰੀਤ ਸੋ ਮਾਸ। ਇਸ ਤਰ੍ਹਾਂ ਭਾਈ ਇਹ ਬੈਠਿਆਂ ਨੂੰ 1 ਮਹੀਨਾ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ ਬੀਤ ਗਿਆ। ਅਲੋਪ ਭਏ ਨਹਿ ਕਾਹੂ ਲਖਾਏ। ਗੁਪਤ ਹੋ ਕੇ ਬੈਠੇ ਰਹੇ, ਕਿਸੇ ਨੂੰ ਆਪਣਾ ਆਪਾ ਜਣਾਇਆ ਨਹੀਂ। ਦੋਹਰਾ ਇਤ ਸਮਾਦ ਗੁਰ ਅਸ ਲੱਗੀ, ਉਤ ਸਿੱਖਨ ਗੁਣ ਗਾਥ। ਇਸ ਤਰ੍ਹਾਂ ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਤਾਂ ਸਮਾਧੀ ਲੱਗੀ ਰਹੀ। ਉਧਰ ਭਾਈ ਜੋ ਸਿੱਖ ਹਨ, ਸਿੱਖਾਂ ਦੀ ਜੋ ਕਥਾ ਹੈ। ਬੈਨ ਗੁਰ ਦਰਸ਼ਨ ਬਿਕਲ ਭੇ, ਆਏ ਮਿਲੋ ਬ੍ਰਿਧ ਸਾਥ। ਤੇ ਸੰਗਤਾਂ ਹੁਣ ਜਿਹੜੇ ਗੁਰੂ ਕੇ ਸਿੱਖ ਹੈ, ਗੁਰੂ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਵਿਆਕਲ ਹਨ। ਤਾਂ ਫਿਰ ਸਾਰੇ ਇਕੱਠੇ ਹੋ ਕੇ ਬਾਬਾ ਬੁੱਢਾ ਜੀ ਕੋਲੇ ਪਹੁੰਚੇ। ਉਦੋਂ ਹਜੇ ਬਾਬਾ ਬੁੱਢਾ ਜੀ ਦੀ ਬਹੁਤੀ ਵੱਡੀ ਉਮਰ ਨਹੀਂ ਸੀ, ਜਵਾਨੀ ਵੱਲ ਨੂੰ ਹੀ ਸਨ, ਪਰ ਬ੍ਰਿਧ ਲਿਖਿਆ ਕਿਉਂਕਿ ਗੁਰੂ ਸਾਹਿਬ ਨੇ ਨਾਮ ਬਾਬਾ ਬੁੱਢਾ ਕਿਹਾ। ਤੇ ਉਹ ਆ ਕੇ ਮਿਲੇ ਹਨ। ਸਵਈਆ
ਬੁੱਢੇ ਤੇ ਆਦਿਕ ਜੇ ਗੁਰ ਸਿੱਖ। ਬਾਬਾ ਬੁੱਢਾ ਜੀ ਤੋਂ ਆਦ ਲੈ ਕੇ ਹੋਰ ਜਿੰਨੇ ਗੁਰੂ ਕੇ ਸਿੱਖ, ਸੋ ਹੋਤ ਭਏ ਇਕੱਠੇ ਸਮੁਦਾਇ। ਇਉਂ ਸਾਰੇ ਭਾਈ ਇੱਕ ਜਗ੍ਹਾ ਇਕੱਠੇ ਹੋਏ ਹਨ। ਸ੍ਰੀ ਗੁਰ ਮੂਰਤ ਡੀਠ ਨ ਆਵਤ। ਤੇ ਸ੍ਰੀ ਗੁਰੂ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਦੀ ਪਵਿੱਤਰ ਮੂਰਤੀ ਦੇ ਦਰਸ਼ਨ ਨਹੀਂ ਹੋ ਰਹੇ। ਭਾਵ ਸਤਿਗੁਰੂ ਜੀ ਦੇ ਦਰਸ ਬਿਨਾ ਹਮ ਕਿਉਂ ਸੁਖ ਪਾਏ। ਕਹਿੰਦੇ ਬਾਬਾ ਜੀ ਦਰਸ਼ਨਾਂ ਤੋਂ ਬਿਨਾ ਹੁਣ ਦੱਸੋ ਅਸੀਂ ਕਿਵੇਂ ਸੁਖ ਪਾ ਸਕਦੇ ਹਾਂ। ਸ੍ਰੀ ਗੁਰ ਅੰਗਦ ਕੋ ਮਿਲੀਏ। ਚਲੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲੀਏ। ਗੁਰ ਨਾਨਕ ਜੀ ਨੇ ਜਥਾਨ ਥਿਰਾਏ। ਜੋ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪਣੀ ਜਗ੍ਹਾ ਤੇ ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ੀ ਹੈ, ਬਿਠਾਇਆ ਹੈ। ਪ੍ਰੇਮ ਤੇ ਚੌਪ ਵਧੀ ਤਿਨ ਕੇ। ਇਉਂ ਪ੍ਰੇਮ ਵੀ ਵਧਿਆ ਤੇ ਚੌਪ ਕਹੀਏ ਚਾਅ ਵੀ ਵਧਿਆ ਬਾਬਾ ਜੀ ਦੇ ਅੰਦਰ। ਗੁਰ ਨਾਨਕ ਜੀ ਮਨ ਪ੍ਰੇਰ ਤਿਨਾਏ। ਕਿ ਗੁਰੂ ਨਾਨਕ ਦੇ ਪਾਤਸ਼ਾਹ ਨੇ ਹੀ ਇਹ ਸਾਰੀਆਂ ਸੰਗਤਾਂ ਦੇ ਮਨ ਨੂੰ ਪ੍ਰੇਰਿਆ ਹੈ। ਦੋਹਰਾ ਮਿਲ ਕਰ ਸਭਨ ਵਿਚਾਰਿਓ, ਗ੍ਰਾਮ ਖਡੂਰ ਮਝਾਰ। ਤਾਂ ਸਾਰਿਆਂ ਨੇ ਮਿਲ ਕਰਕੇ ਵਿਚਾਰ ਕੀਤੀ ਕਿ ਨਗਰ ਖਡੂਰ ਸਾਹਿਬ ਦੇ ਵਿੱਚ ਆਇਸ ਸਤਿਗੁਰ ਕਹੀ ਥੀ, ਹੋਂਗੇ ਤੇ ਸੁਖਕਾਰ। ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਖਡੂਰ ਜਾਣ ਦੀ ਆਗਿਆ ਕੀਤੀ ਸੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ। ਇਸ ਕਰਕੇ ਹੁਣ ਸੁੱਖਾਂ ਨੂੰ ਕਰਨ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਉੱਥੇ ਹੀ ਹੋਣਗੇ। ਸਵਈਆ ਅਜਿੱਤੇ ਤੇ ਆਦਿਕ ਜੇ ਸਮੁਦਾਏ। ਭਾਈ ਅਜਿੱਤਾ ਇਤਿਆਦਿਕ ਹੋਰ ਫਿਰ ਸਾਰੇ ਜਿੰਨੇ ਹਨ ਆਏ। ਸਭ ਸਿੱਖ ਖਡੂਰ ਮਝਾਰੀ। ਸਾਰੇ ਹੀ ਗੁਰਸਿੱਖ ਖਡੂਰ ਸਾਹਿਬ ਪਹੁੰਚੇ। ਸ੍ਰੀ ਗੁਰ ਮਾਤ ਕੇ ਪਾਸ ਮਿਲੇ। ਸ੍ਰੀ ਗੁਰੂ ਪਾਤਸ਼ਾਹ ਜੀ ਦੀ ਮਾਤਾ ਦੇ ਕੋਲ ਮਿਲੇ ਹਨ। ਸਗਰੇ ਕਰ ਜੋਰ ਨਮੋ ਪਗ ਧਾਰੀ। ਸਾਰਿਆਂ ਨੇ ਹੱਥ ਜੋੜੇ ਤੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਬੂਝਨ ਕੀਨ ਕਹਾਂ ਗੁਰੂ ਅੰਗਦ। ਫਿਰ ਪੁੱਛਿਆ ਵੀ ਦੱਸੋ ਮਾਤਾ ਜੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਕਿੱਥੇ ਹਨ। ਹੇਰਨ ਕੇ ਚਿੱਤ ਚਾਹੇ ਹਮਾਰੀ। ਉਹਨਾਂ ਨੂੰ ਵੇਖਣ ਦੀ ਸਾਡੇ ਚਿੱਤ ਵਿੱਚ ਚਾਹਨਾ ਹੈ। ਹੋਇ ਸਭ ਕੋ ਸਫਲ ਹੋਏ ਤੇ ਆਵਨ। ਕਿਰਪਾ ਕਰੋ ਜੋ ਸਾਡਾ ਸਾਰਿਆਂ ਦਾ ਇੱਥੇ ਆਇਆ ਹੋਇਆ ਸਫਲਾ ਹੋ ਜਾਵੇ। ਪਾਵਨ ਪਾਦ ਸੋ ਲੇਹ ਨਿਹਾਰੀ। ਤੇ ਤਾਂ ਕਰਕੇ ਅਸੀਂ ਉਹਨਾਂ ਦੇ ਪਵਿੱਤਰ ਚਰਨ ਕਮਲਾਂ ਤੇ ਨਮਸਕਾਰ ਕਰੀਏ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਅਸੀਂ ਦਰਸ਼ਨ ਕਰ ਸਕੀਏ। ਕਿਰਪਾ ਕਰਕੇ ਸਾਨੂੰ ਦੱਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੱਥੇ ਹਨ। ਇਉਂ ਸਿੱਖ ਸੰਗਤਾਂ ਨੇ ਬਾਬਾ ਬੁੱਢਾ ਜੀ, ਭਾਈ ਅਜਿੱਤਾ ਰੰਧਾਵਾ ਜੀ ਤੇ ਇਹ ਜਿਵੇਂ ਬਾਬਾ ਬੁੱਢਾ ਜੀ ਵੀ ਰੰਧਾਵਾ ਗੋਤ ਤੇ ਭਾਈ ਅਜਿੱਤਾ ਜੀ ਵੀ ਰੰਧਾਵਾ ਗੋਤ ਦੇ। ਇਹ ਜਿਹੜਾ ਰੰਧਾਵਾ ਗੋਤ ਹੈ ਜੱਟ ਜ਼ਿਮੀਂਦਾਰ ਪਰਿਵਾਰ ਵਿੱਚ ਇਹ ਗੁਰਮੁਖ ਪੈਦਾ ਹੋਏ ਤੇ ਇਉਂ ਸਾਰੇ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਨੂੰ ਖਡੂਰ ਸਾਹਿਬ ਪਹੁੰਚੇ ਹੈ। ਇਹ ਤੋਂ ਅਗਲੀ ਕਥਾ ਆਪਾਂ ਕੱਲ ਦੇ ਸਮੇਂ ਪੜ੍ਹਾ ਸੁਣਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।